वाहेगुरु जी का खालसा वाहेगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਬਲਿਓ ਚਿਰਾਗ ਕਿਤਾਬ ਦਾ 11ਵਾਂ ਅਤੇ 12ਵਾਂ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 205 ਸਿੱਧ ਗੋਸ਼ਟ ਤੇ ਮੁਲਤਾਨ। ਅਚਲ ਵਟਾਲਾ ਥਾਂ ਥਾਂ ਪੁੱਜ ਕੇ ਗੁਰੂ ਜੀ ਸਿੱਧਾਂ ਅਤੇ ਪੀਰਾਂ ਨੂੰ ਸੋਝੀ ਦਿੰਦੇ ਆਏ ਸਨ। ਸਿੱਧ ਅੰਦਰੋਂ ਅੰਦਰੀ ਇਸ ਤਾਕ ਵਿੱਚ ਸਨ ਕਿ ਕੋਈ ਐਸਾ ਅਵਸਰ ਮਿਲੇ ਜਿਸ ਰਾਹੀਂ ਗੁਰੂ ਨਾਨਕ ਦੇਵ ਜੀ ਨੂੰ ਨੀਵਾਂ ਦਿਖਲਾ ਸਕਣ। ਸ਼ਿਵਰਾਤਰੀ ਦੇ ਮੇਲੇ ਤੇ ਉਹਨਾਂ ਭਾਣੇ ਐਸਾ ਢੋ ਢੁੱਕ ਗਿਆ ਕਿ ਸਿੱਧ ਪਹਾੜਾਂ ਤੋਂ ਥੱਲੇ ਉਤਰ ਕੇ ਅਚਲ ਪੁੱਜੇ। ਗੁਰੂ ਨਾਨਕ ਦੇਵ ਜੀ ਵੀ ਪੁੱਜੇ। ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਲਈ ਸਾਰੀ ਲੁਕਾਈ ਹੀ ਟੁੱਟ ਪਈ। ਲੋਕੀ ਸਭ ਕੁਝ ਗੁਰੂ ਚਰਨਾਂ ਤੋਂ ਨਿਸ਼ਾਵਰ ਕਰਨ ਲੱਗੇ। ਜੋਗੀਆਂ ਨੇ ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿੱਚ ਮਨ ਵਿੱਚ ਰਿਸਕ ਘਨੇਰੀ ਖਾਈ। ਜੋਗੀਆਂ ਨੇ ਕਰਾਮਾਤਾਂ ਦਾ ਸਹਾਰਾ ਲੈ ਕੇ ਲੁਕਾਈ ਨੂੰ ਆਪਣੇ ਵੱਲ ਖਿੱਚਣਾ ਚਾਹਿਆ, ਪਰ ਬਾਬੇ ਅੱਗੇ ਇੱਕ ਨਾ ਚੱਲੀ। ਫਿਰ ਹੋਰ ਗੁੱਸੇ ਹੋ ਕੇ ਗੋਸ਼ਟ ਕਰਨ ਲਈ ਉੱਠ ਬੈਠੇ। ਪਹਿਲੀ ਗੱਲ ਉਹਨਾਂ ਦੇ ਆਗੂ ਭੰਗਰਨਾਥ ਨੇ ਇਹ ਕਹੀ ਕਿ ਤੁਸਾਂ ਇਹ ਗ੍ਰਹਿਸਤ ਵਿੱਚ ਉਦਾਸੀ ਦਾ ਮਾਰਗ ਚਲਾ ਕੇ ਦੁੱਧ ਵਿੱਚ ਕਾਂਜੀ ਕਿਉਂ ਪਾ ਦਿੱਤੀ ਹੈ। ਹੁਣ ਭਗਤੀ ਰੂਪੀ ਮਟਕਾ ਫਿੱਟ ਗਿਆ ਹੈ ਅਤੇ ਰਿੜਕਣ ਨਾਲ ਵੀ ਕੁਝ ਹੱਥ ਨਹੀਂ ਆਉਣ ਲੱਗਾ। ਇੱਕ ਵਾਰੀ ਤੁਸਾਂ ਵੀ ਉਦਾਸੀ ਰੀਤ ਚਲਾਈ, ਫਿਰ ਸੰਸਾਰੀ ਕੱਪੜੇ ਕਿਉਂ ਪਾ ਲਏ। ਗੁਰੂ ਨਾਨਕ ਦੇਵ ਜੀ ਨੇ ਕਿਹਾ, ਅਸਲ ਗੱਲ ਹੋਰ ਹੈ। ਤੁਹਾਡੀ ਬੁੱਧ ਹੀ ਫਿੱਟੀ ਹੋਈ ਹੈ। ਉਸ ਵਿੱਚ ਜੋ ਪਾਇਆ ਜਾਏਗਾ ਫਿੱਟ ਜਾਏਗਾ। ਜੇ ਉਸ ਨੂੰ ਸਾਫ਼ ਧੋ ਸੁਕਾ ਲਿਆ ਜਾਏ ਤਾਂ ਫਿਰ ਜੋ ਪਾਉਂਗੇ ਫਟੇਗਾ ਨਹੀਂ। ਭੇਖ ਰੂਪੀ ਕੁਚੱਜੇ ਭਾਵ ਨਾਲ ਦੁੱਧ ਨੂੰ ਹੀ ਸਾੜ ਬੈਠੇ ਹੋ। ਮਹਾਰਾਜ ਦਾ ਭਾਵ ਸੀ ਕਿ ਗ੍ਰਹਿਸਤ ਤੋਂ ਅਤੀਤ ਹੋ ਕੇ ਫਿਰ ਗ੍ਰਹਿਸਤੀਆਂ ਤੋਂ ਮੰਗ ਖਾਣਾ ਹੀ ਕੁਚੱਜਾ ਭਾਵ ਹੈ। ਜਿਨ੍ਹਾਂ ਕੋਲੋਂ ਮੰਗ ਖਾਣਾ ਉਸ ਦੀ ਨਿੰਦਿਆ ਕਰਨੀ ਹੋਰ ਮਾੜਾ ਹੈ। ਇਹ ਯਾਦ ਰੱਖੋ ਕਿ ਦਿੱਤੇ ਬਿਨਾਂ ਕਦੇ ਕੁਝ ਵੀ ਪ੍ਰਾਪਤ ਨਹੀਂ ਹੋਵੇਗਾ। ਨਾਨਕ ਆਖੇ ਭੰਗਰਨਾਥ ਤੇਰੀ ਮਾਂ ਕੁਚੱਜੀ ਆਈ, ਭਾਂਡਾ ਧੋਏ ਨਾ ਜਾਤਿਓਨ ਭਾਈ ਕੁਚੱਜੇ ਫੁੱਲ ਸੜਾਈ। ਹੋਏ ਅਤੀਤ ਗ੍ਰਹਿਸਤ ਤਜ ਫਿਰ ਉਨਕੇ ਘਰ ਮੰਗਣ ਜਾਏ, ਬਿਨ ਦਿੱਤੇ ਕੁਛ ਹੱਥ ਨਾ ਆਏ। ਜੋਗੀਆਂ ਇੰਨੀ ਕਰੜੀ ਗੱਲ ਸੁਣ ਕੇ ਭਵਕਾਂ ਮਾਰਨੀਆਂ ਆਰੰਭੀਆਂ ਅਤੇ ਸਾਰੇ ਲੋਕਾਂ ਵਿੱਚ ਇਹ ਪ੍ਰਚਾਰ ਕਰ ਦਿੱਤਾ ਕਿ ਗੁਰੂ ਨਾਨਕ 6 ਸ਼ਸਤਰਾਂ ਨੂੰ ਨਿੰਦ ਰਿਹਾ ਹੈ। ਨਾਟਕ ਚੇਟਕ ਵੀ ਆਰੰਭ ਦਿੱਤੇ। ਇੱਕ ਪਾਸੇ ਨਿੰਦਿਆ, ਦੂਜੇ ਪਾਸੇ ਆਪਣੇ ਪੱਖ ਦਾ ਰੋਹਬ ਕਰਾਮਾਤਾਂ ਦਿਖਲਾ ਕੇ ਕੀਤਾ। ਪਰ ਜਿਉਂ-ਜਿਉਂ ਉਹ ਨਿੰਦਿਆ ਕਰਨ ਅਤੇ ਕਰਾਮਾਤਾਂ ਦਿਖਲਾਉਣ, ਬਾਬਾ ਜੀ ਹੋਰ ਸ਼ਾਂਤ ਹੋ ਜਾਣ। ਸਿੱਧ ਆਪਣੀ ਬਾਲੀ ਅੱਗ ਵਿੱਚ ਆਪੇ ਹੀ ਸੜਨ ਲੱਗੇ। ਜਦ ਲੋਕਾਂ ਤੇ ਰਤਾ ਵੀ ਪ੍ਰਭਾਵ ਨਾ ਪੈਂਦਾ, ਉਹਨਾਂ ਨੇ ਡਿੱਠਾ ਤਾਂ ਕਹਿਣ ਲੱਗੇ ਕਿ ਤੁਸਾਂ ਕਿਹੜੀ ਕਰਾਮਾਤ ਜਗਤ ਨੂੰ ਦੱਸੀ ਹੈ ਕਿ ਇਹ ਹੋਰ ਕਰਾਮਾਤਾਂ ਦੇਖ ਕੇ ਭਰਮਦੇ ਨਹੀਂ। ਸਿੱਧ ਬੋਲਣ, ਸੁਣ ਨਾਨਕਾ ਤੋਹੇ ਜਗ ਨੂੰ ਕਿਆ ਕਰਾਮਾਤ ਦਿਖਲਾਈ। ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਕੋਈ ਐਸੀ ਵਸਤੂ ਨਹੀਂ ਹੈ ਜੋ ਉਹਨਾਂ ਦਾ ਧਿਆਨ ਖਿੱਚ ਸਕੇ। ਗੁਰੂ ਸੰਗਤ ਅਤੇ ਬਾਣੀ ਬਿਨਾਂ ਹੋਰ ਕੋਈ ਓਟ ਮਨੁੱਖ ਦੇ ਕੰਮ ਨਹੀਂ ਆਉਣੀ। ਜਿਸ ਨੇ ਕਰਤਾ ਪੁਰਖ ਦੀ ਸ਼ਕਤੀ ਨੂੰ ਜਾਣ ਲਿਆ, ਉਹ ਕਿਸੇ ਦੇ ਡੋਲਾਇਆ ਡੋਲਦਾ ਨਹੀਂ। ਸ਼ਬਦ ਅੱਗੇ ਕੋਈ ਕਰਾਮਾਤ ਤੰਤਰ ਮੰਤਰ ਨਹੀਂ ਚੱਲ ਸਕਦਾ। ਸ਼ਬਦ ਗੁਰ ਕੇ ਕਲਾ ਛਪਾਈ। ਸਿੱਧਾਂ ਕੋਲੋਂ 2 ਅੱਖਰ ਹੀ ਸਨ, ਦੱਦਾ ਅਤੇ ਕੱਕਾ। ਦੱਦੇ ਦਾ ਭਾਵ ਸੀ ਦ੍ਰਿੜਤਾ ਜੋਗ ਦੀ ਅਤੇ ਕੱਕੇ ਦਾ ਅਰਥ ਸੀ ਕਰਾਮਾਤ ਦਾ ਸਹਾਰਾ। ਗੁਰੂ ਜੀ ਨੇ ਕਿਹਾ, ਸਾਰੀਆਂ ਮੱਤਾਂ ਦੇਣ ਵਾਲਾ ਦਾਤਾ ਇੱਕ ਗੁਰ ਸ਼ਬਦ ਹੈ ਅਤੇ ਕੱਕਾ ਕਰਾਮਾਤ ਦਾ ਸਹਾਰਾ ਨਹੀਂ ਲੈਣਾ, ਉਸ ਨੂੰ ਬੇਅੰਤ ਜਾਣਨਾ ਹੈ। ਇਹ ਹੀ ਕਰਾਮਾਤ ਹੈ। ਕੁਝ ਨਾ ਚੱਲਦਾ ਦੇਖ ਲਾਚਾਰ ਹੋ ਜੋਗੀ ਗੁਰੂ ਜੀ ਦੀ ਸ਼ਰਨੀ ਪੈ ਗਏ। ਬਾਬਾ ਬੋਲੇ, ਨਾਥ ਜੀ ਅਸਾਂ ਤੇ ਵੇਖਣ ਜੋਗੀ ਵਸਤ ਨਾ ਕਾਈ। ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਹਰਾਈ। ਸ਼ਿਵ ਰੂਪੀ ਕਰਤਾ ਪੁਰਖ ਚਲੇ ਨਾਹੀਂ ਧਰਤ ਚਲਾਈ। ਸਿੱਧ ਤੰਤਰ ਮੰਤਰ ਕਰ ਝੜ ਪਏ, ਸ਼ਬਦ ਗੁਰ ਕੈ ਕਲਾ ਛਪਾਈ। ਦੱਦੇ ਦਾਤਾ ਗੁਰ ਹੈ, ਕੱਕੇ ਕੀਮਤ ਕਿਨੇ ਨ ਪਾਈ। ਸੋ ਦੀਨ ਨਾਨਕ ਸਤਿਗੁਰ ਸਰਣ ਆਈ। ਗੁਰੂ ਨਾਨਕ ਦੇਵ ਜੀ ਨੇ ਫਿਰ ਜ਼ੋਰ ਦਿੰਦੇ ਹੋਏ ਫਰਮਾਇਆ ਕਿ ਸ਼ਬਦ ਸੁਣੋ, ਉਹ ਹੀ ਨਾਮ ਪ੍ਰਗਟ ਕਰੇਗਾ ਅਤੇ ਬਗੈਰ ਸੱਚੇ ਨਾਮ ਤੋਂ ਹੋਰ ਕੋਈ ਕਰਾਮਾਤ ਨਹੀਂ ਅਤੇ ਉਸ ਨਾਮ ਤੋਂ ਬਗੈਰ ਸਭ ਬੱਦਲਾਂ ਦੀ ਛਾਂ ਹੀ ਹੈ। ਬਾਬਾ ਬੋਲੇ, ਨਾਥ ਜੀ ਸ਼ਬਦ ਸੁਣੇ
सच मुख अलाई, बाजों सच्चे नाम दे, होर करामात असां ते नाही। सतनाम बिना बादरशाही। ਅਤੇ ਇਸ ਤਰ੍ਹਾਂ ਵਿਚਾਰ ਕਰਨ ਦਾ ਸਦਕਾ ਸ਼ਬਦ ਸ਼ਾਂਤ ਸਿੱਧਾਂ ਵਿੱਚ ਆਈ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ, ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ। ਜਦ ਆਪ ਜੀ ਵਾਪਸ ਕਰਤਾਰਪੁਰ ਪੁੱਜੇ ਅਤੇ ਆਪ ਜੀ ਨੇ ਰਾਮਕਲੀ ਰਾਗ ਵਿੱਚ ਸਿੱਧ ਗੋਸ਼ਟ ਉਚਾਰੀ। ਸਿੱਧ ਗੋਸ਼ਟ ਦੀਆਂ 73 ਪੌੜੀਆਂ ਹਨ ਅਤੇ ਉਸ ਵਿੱਚ ਤਕਰੀਬਨ 153 ਪ੍ਰਸ਼ਨ ਸਿੱਧਾਂ ਨੇ ਉਠਾਏ ਹਨ। ਮਹਾਰਾਜ ਨੇ ਜਿਸ ਨਿਰਾਲੇ ਅਤੇ ਸੰਕੁਚਵੇਂ ਢੰਗ ਨਾਲ ਉੱਤਰ ਦਿੱਤੇ, ਉਹ ਗੋਸ਼ਟੀ ਦੇ ਤੱਤ ਤੇ ਖੂਬ ਰੌਸ਼ਨੀ ਪਾਉਂਦੇ ਹਨ। ਉਹ ਦਰਸਾ ਰਹੇ ਸਨ ਕਿ ਸਵਾਲ ਕਿਤਨਾ ਵੀ ਤਿੱਖਾ, ਚੁਭਵਾਂ ਅਤੇ ਨਿੱਜੀ ਹੋਵੇ, ਉੱਤਰ ਦੇਣ ਵਾਲੇ ਨੂੰ ਠਰਮਾ ਨਹੀਂ ਛੱਡਣਾ ਚਾਹੀਦਾ। ਰੋਸ ਨਾ ਕੀਜੇ ਉੱਤਰ ਦੀਜੈ, ਸਿੱਧ ਕਈ ਵਾਰੀ ਆਖਦੇ ਹਨ, ਪਰ ਮਹਾਰਾਜ ਜੀ ਸੰਤ ਮਿਲੇ ਸੱਚ ਪਾਇਆ ਆਖ ਕੇ ਉਹਨਾਂ ਨੂੰ ਪ੍ਰਸ਼ਨ ਕਰਨ ਦੀ ਪੂਰੀ ਖੁੱਲ੍ਹ ਦਿੰਦੇ ਸਨ। ਸਾਰੀ ਗੋਸ਼ਟ ਦਾ ਵਿਚਾਰ ਤੱਤ ਉਹ ਰਹਾਉ ਦੀ ਤੁਕ ਵਿੱਚ ਦਿੰਦੇ ਹਨ। ਫਰਮਾਉਂਦੇ ਹਨ, ਹੇ ਚਰਪਟ, ਦੇਸ਼ ਦੇਸ਼ਾਂਤਰ ਅਤੇ ਤੀਰਥਾਂ 'ਤੇ ਭਟਕਣ ਦਾ ਕੋਈ ਲਾਭ ਨਹੀਂ। ਸੱਚ ਨੂੰ ਕਮਾਇਆ ਹੀ ਸੱਚ ਪ੍ਰਾਪਤ ਹੁੰਦਾ ਹੈ। ਉਸ ਦੇ ਸੱਚੇ ਸ਼ਬਦ ਤੋਂ ਬਗੈਰ ਖਲਾਸੀ ਨਹੀਂ। ਕਿਆ ਭਵੀਐ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨ ਹੋਏ। ਰਹਾਉ। ਜਦ ਸਿੱਧਾਂ ਨੇ ਗੁਰੂ ਨਾਨਕ ਦੇਵ ਜੀ ਦਾ ਨਾਂ, ਮਾਰਗ ਅਤੇ ਮਨੋਰਥ ਪੁੱਛਿਆ ਤਾਂ ਆਪ ਜੀ ਨੇ ਕਿਹਾ, ਜਦ ਮੈਂ ਉਸ ਦਾ ਜ਼ਿਕਰ ਕਰਦਾ ਹਾਂ, ਫਿਰ ਮੇਰੇ ਨਾਂ ਦੀ ਕੀ ਲੋੜ ਹੈ। ਮਾਰਗ ਨਿਮਰਤਾ ਹੈ, ਅਰਦਾਸ ਸਾਧਨ ਅਤੇ ਭਲੇ ਪੁਰਸ਼ਾਂ ਦੀ ਰਾਖੀ ਲਈ ਆਪਾ ਵਾਰ ਦੇਣਾ ਮਨੋਰਥ ਹੈ। ਸਾਚ ਕਹਿਓ ਅਰਦਾਸ ਹਮਾਰੀ, ਹਉ ਸੰਤ ਜਨਾ ਬਲ ਜਾਓ। ਫਿਰ ਉਹਨਾਂ ਪੁੱਛਿਆ ਕਿ ਤੁਸਾਂ ਕਿਸ ਦੇ ਆਸਰੇ ਇੰਨੇ ਸ਼ਾਂਤ ਚਿੱਤ ਹੋ, ਤਾਂ ਮਹਾਰਾਜ ਨੇ ਫਰਮਾਇਆ, ਸਰਬ ਵਿਆਪਕ ਪ੍ਰਭੂ ਦੀ ਯਾਦ ਵਿੱਚ ਜੁੜ ਕੇ ਹਮੇਸ਼ਾ ਸ਼ਾਂਤ ਚਿੱਤ ਰਹਿੰਦਾ ਹਾਂ। ਘਟ ਘਟ ਬੈਸੇ ਨਿਰੰਤਰ ਰਹੀਏ। ਚਰਪਟ ਦਾ ਅਗਲਾ ਪ੍ਰਸ਼ਨ ਸੀ ਕਿ ਦੁਨੀਆ ਇੱਕ ਐਸਾ ਸਮੁੰਦਰ ਹੈ ਜਿਸ ਨੂੰ ਤਰਨਾ ਔਖਾ ਹੈ, ਪਾਰਲਾ ਕੰਢਾ ਕਿਵੇਂ ਲੱਭੇ। ਦੁਨੀਆ ਸਾਗਰ ਦਤੁਰ ਕਹੀਐ, ਕਿਉਂ ਕਰ ਪਾਈਐ ਪਾਰੋ। ਮਹਾਰਾਜ ਦਾ ਉੱਤਰ ਸੀ, ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਜਪੀਏ ਤਾਂ ਪਾਰਲਾ ਕੰਢਾ ਮਿਲ ਜਾਂਦਾ ਹੈ। ਸਾਚ ਕਹਿ ਤੁਮ ਪਾਰਗ੍ਰਾਮੀ। ਫਿਰ ਵਿਆਖਿਆ ਕਰਦੇ ਕਿਹਾ, ਜਿਵੇਂ ਪਾਣੀ ਵਿੱਚ ਉੱਗਿਆ ਕੋਲ ਫੁੱਲ ਪਾਣੀ ਵਿੱਚ ਰਹਿੰਦਾ ਵੀ ਪਾਣੀ ਤੋਂ ਉੱਚਾ ਹੈ। ਮੁਰਗਾਈ ਪੈਰਾਂ ਨਾਲ ਤਾਂ ਪਾਣੀ ਨੂੰ ਚੀਰਦੀ ਲਿਤਾੜਦੀ ਹੈ, ਪਰ ਆਪਣੇ ਖੰਭਾਂ ਅਤੇ ਪਾਣੀ ਨਹੀਂ ਪੈਣ ਦਿੰਦੀ, ਕਿਉਂਕਿ ਉਸ ਸਹਾਰੇ ਹੀ ਉਸ ਨੇ ਉੱਡਣਾ ਹੈ। ਜੇ ਉਸ ਦੇ ਖੰਭ ਭਿੱਜ ਗਏ ਤਾਂ ਆਕਾਸ਼ ਪ੍ਰੀਤਮ ਕੇ ਦੇਸ਼ ਕੈਸੇ ਉੱਡ ਕੇ ਪੁੱਜ ਸਕੇਗੀ। ਸੋ ਪਾਰਲਾ ਕੰਢਾ ਦੇਖਣ ਦਾ ਇੱਕ ਹੀ ਰਾਹ ਹੈ ਕਿ ਸੁਰਤ ਨੂੰ ਨੀਵਿਆਂ ਨਾ ਹੋਣ ਦਿੱਤਾ ਜਾਵੇ ਅਤੇ ਉਸ 'ਤੇ ਮਾਇਆ ਦਾ ਪ੍ਰਭਾਵ ਨਾ ਪੈਣ ਦਿੱਤਾ ਜਾਏ। ਸੁਰਤ ਕਾਇਮ ਹੈ ਤਾਂ ਉੱਡਣਾ ਆਸਾਨ ਹੈ। ਜੈਸੇ ਜਲ ਮਹਿ ਕਮਲ ਨਿਰਾਲਮ, ਮੁਰਗਾਈ ਨਿਸਾਣੇ। ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੇ। ਜੋਗੀਆਂ ਦੇ ਆਗੂ ਲੋਹਾ ਰੀਪਾ ਨੇ ਆਪਣਾ ਮਾਰਗ ਦੱਸਦੇ ਹੋਏ ਕਿਹਾ ਕਿ ਉਹ ਤਾਂ ਸੰਸਾਰਿਕ ਝਮੇਲਿਆਂ ਤੋਂ ਦੂਰ ਜੰਗਲਾਂ ਵਿੱਚ ਕਿਸੇ ਰੁੱਖ ਬਿਰਛ ਹੇਠ ਰਹਿੰਦੇ ਹਨ ਅਤੇ ਗਾਜਰ ਮੂਲੀ ਖਾ ਕੇ ਗੁਜ਼ਾਰਾ ਕਰਦੇ ਹਨ, ਤੀਰਥ ਇਸ਼ਨਾਨ ਕਰਕੇ ਸੁੱਖ ਪ੍ਰਾਪਤ ਕਰਦੇ ਹਨ। ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਕਿ ਅਸਲ ਗਿਆਨ ਦੀ ਵਿਚਾਰ ਇਹ ਹੈ ਕਿ ਦੁਨੀਆ ਦੇ ਧੰਦੇ ਵਿੱਚ ਰਹਿੰਦੇ ਮਨੁੱਖ ਨੂੰ ਨੀਂਦ ਨਾ ਆਵੇ ਅਤੇ ਉਹ ਉਸ ਵਿੱਚ ਗਰਕ ਨਾ ਹੋਵੇ। ਵੇਖ ਪਰਾਈ ਤਰਸੇ ਨਾ ਡੋਲੇ ਨਾ, ਕਿਉਂਕਿ ਸਤਿਗੁਰ ਨੇ ਸਹਿਜ ਦਾ ਟਿਕਾਣਾ ਵਿਖਾ ਦਿੱਤਾ ਹੁੰਦਾ ਹੈ। ਸਹਿਜ ਵਿੱਚ ਵਿਚਰੇ ਹੋਏ ਮਨੁੱਖ ਦੀ ਨੀਂਦ ਵੀ ਘੱਟ ਅਤੇ ਖੁਰਾਕ ਵੀ ਥੋੜ੍ਹੀ ਹੋ ਜਾਂਦੀ ਹੈ। ਹਾਟੀ ਬਾਟੀ ਨੀਂਦ ਨਾ ਆਵੇ, ਪਰ ਘਰ ਚਿੱਤ ਨਾ ਡੋਲਾਈ। ਬਿਨ ਨਾਵੇਂ ਮਨ ਟੇਕ ਨਾ ਟਿਕਈ, ਨਾਨਕ ਭੂਖ ਨਾ ਜਾਏ। ਹਾਟ ਪਟਨ ਘਰ ਗੁਰ ਦਿਖਾਇਆ, ਸਹਿਜੋ ਸੱਚ ਵਪਾਰੋ। ਖੰਡਤ ਨਿਦਰਾ ਅਲਪ ਆਹਾਰ, ਨਾਨਕ ਤਤ ਵਿਚਾਰੋ। ਉਹਨਾਂ ਦੇ ਅਗਲੇ ਮੂਲ ਪ੍ਰਸ਼ਨ ਸਨ ਕਿ ਜੀਵ ਨੂੰ ਐਸੀ ਕੀ ਮਜਬੂਰੀ ਆਣ ਪਈ ਕਿ ਸਪਣੀ ਮਾਇਆ ਇਸ ਨੂੰ ਖਾਈ ਜਾ ਰਹੀ ਹੈ ਅਤੇ ਅੱਗੋਂ ਬਚਾ ਲਈ ਕੁਝ ਵੀ ਨਹੀਂ ਕਰ ਸਕਦਾ। ਜੀਵਨ ਦਾ ਲਾਭ ਕਿਵੇਂ ਗਵਾ ਬੈਠਾ ਹੈ ਅਤੇ ਹੁਣ ਲਾਭ ਕਿਵੇਂ ਮਿਲੇ, ਪਾਕ ਕਿਵੇਂ ਹੋਵੇ ਅਤੇ ਹਨੇਰਾ ਕਿਵੇਂ ਜਾਏ। ਕਿਉਂ ਕਰ ਵਾਧਾ
ਸਰਪਣ ਖਾਧਾ, ਕਿਉਂ ਕਰ ਖੋਇਆ, ਕਿਉਂ ਕਰ ਲਾਧਾ, ਕਿਉਂ ਕਰ ਨਿਰਮਲ, ਕਿਉਂ ਕਰ ਅੰਧਿਆਰਾ। ਗੁਰੂ ਨਾਨਕ ਦੇਵ ਜੀ ਦਾ ਉੱਤਰ ਸੀ, ਦੁਰਮਤ ਬਾਧਾ, ਸਰਪਣ ਖਾਧਾ, ਮਨਮੁਖ ਖੋਇਆ, ਗੁਰਮੁਖ ਲਾਧਾ, ਸਤਿਗੁਰ ਮਿਲੇ, ਅੰਧੇਰਾ ਜਾਏ, ਨਾਨਕ ਹਉਮੈ ਮੇਟ ਸਮਾਏ। ਮਾੜੀ ਮੱਤ ਹੀ ਇਸ ਨੂੰ ਮਾਇਆ ਵਿੱਚੋਂ ਨਿਕਲਣ ਨਹੀਂ ਦਿੰਦੀ। ਚਸਕੇ ਇਸ ਨੂੰ ਉਸ ਵਿੱਚ ਖਬੋਈ ਰੱਖਦੇ ਹਨ। ਮਨ ਦੇ ਪਿੱਛੇ ਟੁਰਨ ਵਾਲੇ ਨੇ ਜੀਵਨ ਦਾ ਰਾਹ ਗਵਾ ਲਿਆ ਹੈ। ਗੁਰੂ ਦੇ ਹੁਕਮ ਵਿੱਚ ਟੁਰਨ ਵਾਲੇ ਨੇ ਪਾ ਲਿਆ ਹੈ। ਸਤਿਗੁਰ ਮਿਲ ਜਾਏ ਤਾਂ ਮਾਇਆ ਦਾ ਹਨੇਰਾ ਦੂਰ ਹੋ ਜਾਂਦਾ ਹੈ ਅਤੇ ਸਤਿਗੁਰ ਮਿਲਦਾ ਹੈ ਹਿਉਮੈ ਮਿਟਣ ਨਾਲ। ਜਦ ਉਹਨਾਂ ਕਿਹਾ ਕਿ ਤੁਸਾਂ ਵੀ ਘਰ ਛੱਡਿਆ, ਭੇਖ ਉਦਾਸੀ ਕੀਤੀ, ਤਾਂ ਆਪ ਜੀ ਦਾ ਉੱਤਰ ਸੀ ਕਿ ਘਰ ਛੱਡਿਆ ਸਿਰਫ ਗੁਰਮੁਖ ਲੱਭਣ ਲਈ, ਅਤੇ ਜਦ ਗੁਰਮੁਖਾਂ ਦੀ ਸੰਗਤ ਬਣ ਗਈ ਤਾਂ ਫਿਰ ਸੰਸਾਰੀ ਕੱਪੜੇ ਪਹਿਨ ਲਏ, ਭੇਖ ਧਾਰੇ ਹਰ ਧਰਮ ਦਾ ਤੱਤ ਦੇਖਣ ਲਈ। ਗੁਰਮੁਖ ਖੋਜਤ ਭਏ ਉਦਾਸੀ, ਦਰਸ਼ਨ ਕੈ ਤਾਈਂ ਭੇਖ ਨਿਵਾਸੀ। ਫਿਰ ਉਹਨਾਂ ਸ੍ਰਿਸ਼ਟੀ ਰਚਨਾ ਬਾਰੇ ਪ੍ਰਸ਼ਨ ਪੁੱਛੇ ਤਾਂ ਆਪ ਜੀ ਨੇ ਆਦਿ ਕਿਉਂ ਬਿਸਮਾਦ ਵਿਚਾਰ ਕਥਿਅਲੇ ਕਹਿ ਕੇ ਉਹਨਾਂ ਨੂੰ ਚੁੱਪ ਕਰਾ ਦਿੱਤਾ। ਗੁਰੂ ਜੀ ਦੇ ਸ਼ਬਦ ਨੂੰ ਨਾ ਸਮਝਣ ਵਾਲਾ ਹੀ ਮਾੜੇ ਬਚਨ ਬੋਲਦਾ ਹੈ। ਸੁੱਖ ਉਸੇ ਪਾਸ ਹੈ ਜੋ ਪ੍ਰਭੂ ਦੇ ਰੰਗ ਵਿੱਚ ਰੰਗਿਆ ਹੈ। ਪ੍ਰਭੂ ਰੰਗ ਵਿੱਚ ਰੰਗੇ ਨੂੰ ਗੁਰੂ ਨਾਨਕ ਜੀ ਗੁਰਮੁਖ ਆਖਦੇ ਹਨ। ਸ਼ਬਦ ਨ ਚੀਨੇ ਲਵੇ ਕੁਬਾਨ, ਨਾਨਕ ਸਚ ਰਤੇ ਸੁਖ ਜਾਣ। ਗੁਰਮੁਖ ਪਈਐ ਅਲਖ ਅਪਾਰ, ਨਾਨਕ ਗੁਰਮਤਿ ਮੁਕਤ ਦੁਆਰ। ਉਹਨਾਂ ਦੇ ਅਗਲੇ ਜ਼ਰੂਰੀ ਸਵਾਲ ਸਨ ਕਿ ਜੀਵਨ ਦਾ ਮੂਲ ਕੀ ਹੈ, ਕਿਹੜੀ ਸਿੱਖਿਆ ਧਾਰਨ ਦਾ ਇਹ ਸਮਾਂ ਹੈ, ਕਿਸ ਗੁਰੂ ਦੇ ਚੇਲੇ ਹੋ ਤੁਸੀਂ ਅਤੇ ਕਿਹੜੇ ਸਾਧਨ ਨਾਲ ਨਿਰਲੇਪ ਰਹਿੰਦੇ ਹੋ। ਕਵਣ ਮੂਲ ਕਵਣ ਮਤ ਵੇਲਾ, ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ। ਮਹਾਰਾਜ ਦਾ ਉੱਤਰ ਸੀ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸਵਾਸ ਹੀ ਹਸਤੀ ਦਾ ਮੁੱਢ ਹੈ, ਸੋ ਸਵਾਸਾਂ ਰਾਹੀਂ ਉਸ ਨੂੰ ਯਾਦ ਕਰਨਾ ਹੀ ਜ਼ਿੰਦਗੀ ਦਾ ਮਨੋਰਥ ਹੈ। ਸ਼ਬਦ ਗੁਰੂ ਹੈ ਅਤੇ ਸੁਰਤ ਦਾ ਟਿਕਾਊ ਉਸ ਦਾ ਚੇਲਾ ਹੈ। ਫਿਰ ਉਹਨਾਂ ਪੁੱਛਿਆ ਕਿ ਮਾਇਆ ਤਾਂ ਕਰੜੀ ਹੈ, ਇਹ ਵਿਚਾਰਾਂ ਦੀ ਮੋਮ ਨਾਲ ਕਿਵੇਂ ਖਾਧੀ ਜਾ ਸਕਦੀ ਹੈ। ਮਹਾਰਾਜ ਦਾ ਉੱਤਰ ਸੀ ਕਿ ਕਰੜੀ ਹਿਉਮੈ ਹੈ। ਹਿਉਮੈ ਵਾਲਿਆਂ ਲਈ ਹੀ ਮਾਇਆ ਕਰੜੀ ਹੈ, ਪਰ ਜੋ ਆਪ ਨੂੰ ਗੁਰੂ ਸ਼ਬਦ ਅਧੀਨ ਕਰਕੇ ਟੁਰਦੇ ਹਨ ਉਹਨਾਂ ਨੂੰ ਇਸ ਦਾ ਕਰੜਾਪਣ ਕੁਝ ਨਹੀਂ ਕਹਿੰਦਾ। ਜਗ ਕਰੜਾ ਮਨ ਮੁਖ ਗਵਾਰ, ਸ਼ਬਦ ਕਮਾਈਏ ਖਾਈਏ ਸਾਰ। ਉਹਨਾਂ ਦਾ ਇੱਕ ਹੋਰ ਪ੍ਰਸ਼ਨ ਸੀ ਕਿ ਮਨ ਵਿੱਚ ਸਦਾ ਠੰਡ ਸ਼ਾਂਤੀ ਕਿਸ ਤਰ੍ਹਾਂ ਬਣੀ ਰਹਿੰਦੀ ਹੈ ਅਤੇ ਗਿਆਨ ਦਾ ਸੂਰਜ ਕਿਵੇਂ ਸਦਾ ਚੜ੍ਹਿਆ ਰਹਿੰਦਾ ਹੈ। ਮਹਾਰਾਜ ਦਾ ਉੱਤਰ ਸੀ ਕਿ ਸਤਿਗੁਰ ਦਾ ਸ਼ਬਦ ਉਚਾਰਦਿਆਂ ਹਿਰਦੇ ਵਿੱਚ ਚੰਦਰਮਾ ਦੀ ਅਪਾਰ ਜੋਤ ਸ਼ਾਂਤੀ ਪੈਦਾ ਹੋ ਸਕਦੀ ਹੈ ਅਤੇ ਸ਼ਾਂਤ ਹਿਰਦੇ ਵਿੱਚ ਗਿਆਨ ਦਾ ਸੂਰਜ ਚੜ੍ਹ ਪੈਂਦਾ ਹੈ। ਸ਼ਬਦ ਭਾਖਤ ਸਸ ਜੋਤ ਅਪਾਰਾ, ਸਸ ਘਰ ਸੁਰ ਵਸੇ ਮਿਟੇ ਅੰਧਿਆਰਾ, ਸੁੱਖ ਦੁੱਖ ਸਮ ਕਰ ਨਾਮ ਆਧਾਰਾ। ਉਹਨਾਂ ਫਿਰ ਪੁੱਛਿਆ, ਜਿਸ ਸ਼ਬਦ ਦੀ ਤੁਸੀਂ ਇੰਨੀ ਮਹਿਮਾ ਦੱਸ ਰਹੇ ਹੋ ਉਸ ਦਾ ਵਾਸਾ ਕਿੱਥੇ ਹੈ। ਸੂ ਸ਼ਬਦ ਕਾ ਕਹਾਂ ਵਾਸ ਕਥਿਅਲੇ, ਜਿਤ ਤਰੀਐ ਭਵ ਜਲ ਸੰਸਾਰੋ। ਮਹਾਰਾਜ ਨੇ ਕਿਹਾ ਕਿ ਉਹ ਸ਼ਬਦ ਹਰ ਥਾਂ ਹੈ। ਸ਼ਬਦ ਪ੍ਰਭੂ ਦਾ ਰੂਪ ਹੈ, ਜਿੱਧਰ ਦੇਖੋ ਉਧਰ ਸ਼ਬਦ ਹੀ ਸ਼ਬਦ ਹੈ, ਉਸ ਦਾ ਕੋਈ ਖਾਸ ਘਰ ਜਾਂ ਮੁਕਾਮ ਨਹੀਂ। ਸੂ ਸ਼ਬਦ ਕਿਉਂ ਨਿਰੰਤਰ ਵਾਸ ਅਲਖ, ਜਹ ਦੇਖਾ ਤਹ ਸੋਈ। ਨਾਲ ਢੁਕਵਾਂ ਹੋਰ ਸਵਾਲ ਸੀ ਕਿ ਮਨ ਦਾ ਆਸਰਾ ਪ੍ਰਾਣ ਕਹੀਦੇ ਹਨ, ਪ੍ਰਾਣ ਕਿੱਥੋਂ ਖੁਰਾਕ ਲੈਂਦੇ ਹਨ। ਗੁਰੂ ਜੀ ਦਾ ਉੱਤਰ ਸੀ, ਸਤਿਗੁਰ ਦੇ ਸ਼ਬਦ ਤੋਂ ਬਿਨਾਂ ਪ੍ਰਾਣਾਂ ਨੂੰ ਰਸ ਨਹੀਂ ਆਉਂਦਾ। ਗੁਰੂ ਸ਼ਬਦ ਤੋਂ ਬਿਨਾਂ ਹਿਉਮੈ ਦੀ ਤ੍ਰੇਹ ਨਹੀਂ ਮਿਟਦੀ। ਬਿਨ ਸ਼ਬਦੇ ਰਸ ਨ ਆਵੇ ਆਊਦ, ਹਿਉਮੈ ਪਿਆਸ ਨ ਜਾਈ। ਉਹਨਾਂ ਨੇ ਫਿਰ ਪੁੱਛਿਆ, ਜਾਂ ਇਹ ਹਿਰਦਾ ਦੇਹ ਨ ਹੋਤੀ, ਤਿਉ ਮਨ ਕੈਸੇ ਰਹਿਤਾ। ਮਹਾਰਾਜ ਦਾ ਉੱਤਰ ਸੀ, ਹਿਰਦਾ ਦੇਹ ਨ ਹੋਤੀ ਆਊਦ, ਤਿਉ ਮਨ ਸੁਨ ਰਹੇ ਬੈਰਾਗੀ। ਉਸ ਵੇਲੇ ਮਨ ਨਿਰਗੁਣ ਪ੍ਰਭੂ ਵਿੱਚ ਟਿਕਿਆ ਹੋਇਆ ਸੀ। ਜੋਗੀਆਂ ਦਾ ਆਖਰੀ ਸਵਾਲ ਸੀ ਕਿ ਜਗਤ ਕਿਸ ਕਿਸ ਵਿਧੀ ਨਾਲ ਉਪਜਦਾ ਹੈ, ਕਿਵੇਂ ਦੁੱਖ ਵਿੱਚ ਪੈਂਦਾ ਹੈ ਅਤੇ ਨਾਸ ਹੋ ਜਾਂਦਾ ਹੈ। ਕਿਤ ਕਿਤ ਬਿਦ ਜਗ ਉਪਜੇ ਪੁਰਖਾ, ਕਿਤ ਕਿਤ ਦੁੱਖ ਬਿਨਸੀ ਜਾਏ। ਤਾਂ ਮਹਾਰਾਜ ਦਾ ਉੱਤਰ ਸੀ, ਹਿਉਮੈ ਵਿੱਚ ਜਗ ਉਪਜੇ ਪੁਰਖਾ, ਨਾਮ ਵਿਸਰੇ ਦੁੱਖ ਪਾਈ।
ਫਿਰ ਸਾਰੀ ਗੱਲਬਾਤ ਦਾ ਸਾਰ ਦਿੰਦੇ ਹੋਏ ਫਰਮਾਇਆ ਕਿ ਪ੍ਰਭੂ ਦੇ ਨਾਮ ਤੋਂ ਬਿਨਾਂ ਮਿਲਾਪ ਨਹੀਂ। ਜੋ ਨਾਮ ਵਿੱਚ ਰਤੇ ਹੋਏ ਹਨ ਉਹ ਹਰ ਵੇਲੇ ਮਸਤ ਹਨ। ਸ਼ਬਦੇ ਕਾ ਨਿਬੇੜਾ ਸੁਣ ਤੂੰ ਆਊ ਤੂੰ, ਬਿਨ ਨਾਮੇ ਜੋਗ ਨਾ ਹੋਈ। ਨਾਮੇ ਰਾਤੇ ਅਣਦਿਨ ਮਾਤੇ, ਨਾਮੇ ਤੇ ਸੁਖ ਹੋਈ। ਗੱਲ ਕੀ ਸਿੱਧ ਗੋਸ਼ਟ ਇੱਕ ਐਸੀ ਰਚਨਾ ਹੈ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਨੇ ਕੇਵਲ ਉਸ ਵੇਲੇ ਦੇ ਸਿੱਧਾ ਜੋਗੀਆਂ ਨੂੰ ਨਿਰੁੱਤਰ ਨਹੀਂ ਕੀਤਾ, ਸਗੋਂ ਹਰ ਸਮੇਂ ਜਦ ਵੀ ਐਸੇ ਪ੍ਰਸ਼ਨ ਉਠਾਏ ਜਾਣਗੇ ਉਹਨਾਂ ਦੇ ਬਚਨ ਰਾਹ ਸੁਖਾਲਾ ਕਰ ਦੇਣਗੇ। ਮੁਲਤਾਨ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਮੇਲਿਓਂ ਬਾਬਾ ਉੱਠਿਆ, ਮੁਲਤਾਨੇ ਦੀ ਜਾਰਤ ਜਾਈ। ਮੁਲਤਾਨ ਦਾ ਪੁਰਾਤਨ ਨਾਂ ਪ੍ਰਹਿਲਾਦਪੁਰੀ ਸੀ। ਹਰਨਾਕਸ਼ ਅਤੇ ਹਰਨਿਕਸ਼ਪ ਦੇ ਮਾਣ ਉੱਥੇ ਹੀ ਟੁੱਟੇ ਸਨ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਸੀਂ ਉਸ ਦੀ ਯਾਦ ਵਿੱਚ ਰੋਜ਼ ਪੜ੍ਹਦੇ ਹਾਂ। ਫਿਰ ਪਿੱਛੋਂ ਮੁਲਤਾਨ ਦਾ ਨਾਂ ਭਗਤਪੁਰੀ ਵੀ ਪਿਆ। ਇਸਲਾਮ ਦਾ ਸੂਰਜ ਚੜ੍ਹਨ ਨਾਲ ਇਹ ਪੀਰਪੁਰ ਹੋ ਗਿਆ। ਪੀਰਾਂ ਅਤੇ ਫਕੀਰਾਂ ਦਾ ਗੜ੍ਹ ਬਣ ਗਿਆ। ਵਿੱਦਿਆ ਦੇ ਕੇਂਦਰ ਹੋਣ ਕਾਰਨ ਇਸ ਦੀ ਪ੍ਰਸਿੱਧਤਾ ਹੋਰ ਵੱਧ ਗਈ। ਭਾਈ ਨੰਦ ਲਾਲ ਜੀ ਨੇ ਗਜਨੀ ਤੋਂ ਆ ਕੇ ਪਹਿਲੋਂ ਪਹਿਲ ਆਪਣੀ ਵਿਦਵਤਾ ਦੇ ਜੌਹਰ ਇੱਥੇ ਹੀ ਦਿਖਲਾਏ ਸਨ ਅਤੇ ਸ਼ਾਹਜਹਾਨ ਨੂੰ ਪ੍ਰਭਾਵਿਤ ਕੀਤਾ ਸੀ। ਜਦ ਗੁਰੂ ਨਾਨਕ ਦੇਵ ਜੀ ਮੁਲਤਾਨ ਪੁੱਜੇ ਤਾਂ ਉੱਥੇ ਡੇਰਾ ਜਾਤ ਅਭਿਮਾਨੀਆਂ ਦਾ ਨਹੀਂ, ਕਰਾਮਾਤ ਅਭਿਮਾਨੀਆਂ ਦਾ ਸੀ। ਪੀਰ ਰੱਬ ਦੇ ਸ਼ਰੀਕ ਬਣੇ ਬੈਠੇ ਸਨ। ਆਪ ਜੀ ਸ਼ਮਸ਼ ਤਬਰੇਜ਼ ਦੀ ਥਾਂ ਤੇ ਪੁੱਜੇ ਹੀ ਸਨ ਕਿ ਸ਼ਹਿਰ ਵਿੱਚ ਖਬਰ ਪੁੱਜ ਗਈ ਕਿ ਗੁਰੂ ਨਾਨਕ ਦੇਵ ਜੀ ਆ ਰਹੇ ਹਨ। ਪੀਰਾਂ ਨੇ ਦੁੱਧ ਦਾ ਨੱਕੋ ਨੱਕ ਭਰਿਆ ਕਟੋਰਾ ਭੇਜਿਆ। ਪੀਰਾਂ ਦਾ ਚਿੰਨ੍ਹ ਮਾਤਰ ਇਸ਼ਾਰਾ ਸੀ ਕਿ ਮੁਲਤਾਨ ਤਾਂ ਅੱਗੇ ਹੀ ਪੀਰੀਪੁਰ ਹੈ, ਤੁਹਾਡੀ ਲੋੜ ਨਹੀਂ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਬਾਬੇ ਕੱਢ ਕਰ ਬਗਲ ਤੇ ਚੰਬੇਲੀ ਦੁੱਧ ਵਿੱਚ ਮਿਲਾਈ। ਸਾਖੀਕਾਰ ਅਨੁਸਾਰ ਪਤਾਸੇ ਪਾ ਉੱਪਰ ਫੁੱਲ ਰੱਖ ਮੁੜ ਭੇਜਿਆ। ਗੁਰੂ ਨਾਨਕ ਦੇਵ ਜੀ ਦਾ ਵੀ ਉਸੇ ਚਿੰਨ੍ਹ ਬੋਲੀ ਵਿੱਚ ਉੱਤਰ ਸੀ ਕਿ ਉਹ ਦੁੱਧ ਨੂੰ ਕੁਝ ਨਹੀਂ ਕਹਿਣ ਆਏ, ਉਹ ਫੁੱਲ ਵਾਂਗੂ ਟਿਕਣਗੇ। ਖੁਸ਼ਬੂ ਦੇ ਗਾਹਕ ਹਨ ਅਤੇ ਮਿਠਾਸ ਦੇ ਵਪਾਰੀ। ਨਾਲ ਹੀ ਉਹਨਾਂ ਦਾ ਭਾਵ ਸੀ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹਨਾਂ ਦੇ ਕਰਮ ਦੁੱਧ ਵਰਗੇ ਚਿੱਟੇ ਹਨ, ਪਰ ਉਸ ਵਿੱਚ 4 ਵੱਡੇ ਔਗਣ ਹਨ। ਸਹਿਨਸ਼ੀਲਤਾ ਨਹੀਂ, ਵਿਸ਼ਾਲ ਹਿਰਦਾ ਨਹੀਂ, ਖੁਸ਼ਬੂ ਅਤੇ ਮਿਠਾਸ ਨਹੀਂ। ਹਰ ਕਿਸੇ ਲਈ ਥਾਂ ਰੱਖਣੀ ਅਤੇ ਦੇਣੀ ਹੀ ਧਰਮ ਹੈ। ਧਰਮ ਦੀ ਸੀਮਾ ਕੋਈ ਨਹੀਂ। ਫੁੱਲ ਟਿਕਾਇਆ, ਦੁੱਧ ਨੂੰ ਕੁਝ ਨਹੀਂ ਹੋਇਆ, ਨਾ ਡੁੱਲਿਆ ਹੈ ਨਾ ਵਿਗੜਿਆ। ਪਤਾਸੇ ਰਲਾਇਆ, ਦੁੱਧ ਵਿੱਚ ਹੋਰ ਮਿਠਾਸ ਆਈ ਹੈ। ਧਰਮ ਉਹ ਹੀ ਪ੍ਰਵਾਨ ਹੈ ਜਿਸ ਵਿੱਚ ਸਹਿਨਸ਼ੀਲਤਾ, ਵਿਸ਼ਾਲਤਾ, ਮਿਠਾਸ ਅਤੇ ਨਿਰਮਤਾ ਦੀ ਖੁਸ਼ਬੂ ਹੈ। ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਗੁਰੂ ਜੀ ਨੇ ਸਮਝਾ ਦਿੱਤਾ ਕਿ ਹਮੇਸ਼ਾ ਵਗਣ ਵਾਲੇ ਗੰਗਾ ਵਰਗੇ ਦਰਿਆ ਦੇ ਸਮਾਉਣ ਲਈ ਸਮੁੰਦਰ ਵਿੱਚ ਸਦਾ ਥਾਂ ਹੈ, ਜਿਉਂ ਸਾਗਰ ਵਿੱਚ ਗੰਗ ਸਮਾਈ। ਪੀਰਾਂ ਨੇ ਭੁੱਲ ਮੰਨੀ ਅਤੇ ਅੱਗੋਂ ਲੈਣ ਆਇਆਂ ਵਿੱਚ ਬਹਾਵਲ ਹੱਕ, ਅਬਦੁਲ ਕਾਦਰੀ, ਸਦਾ ਸੁਹਾਗਣ ਅਤੇ ਸਹਿਜੂ ਪ੍ਰਸਿੱਧ ਹਨ। ਮਹਾਰਾਜ ਨੇ ਵੀ ਆਦਰ ਦਿੱਤਾ। ਪ੍ਰਸੰਨ ਚਿੱਤ ਆਤਮਾਵਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਕੁਝ ਮੰਗਣ ਲਈ ਕਿਹਾ ਤਾਂ ਮਹਾਰਾਜ ਨੇ ਫਰਮਾਇਆ, ਉਸ ਪ੍ਰਭੂ ਦਾ ਦਿੱਤਾ ਸਭ ਕੁਝ ਹੈ। ਜੇ ਤਰੁੱਠੇ ਹੋ ਤਾਂ ਉਸ ਦੇ ਦਰ ਤੋਂ ਗਰੀਬੀ ਲੈ ਦਿਓ। ਜਦ ਪੀਰ ਬਹਾਵਲ ਹੱਕ ਦਰਗਾਹ ਵਿੱਚ ਪੁੱਜਾ ਤਾਂ ਉੱਥੋਂ ਆਵਾਜ਼ ਆਈ, ਸਾਡੇ ਘਰ ਜਿੰਨੀ ਗਰੀਬੀ ਸੀ ਉਹ ਤਾਂ ਅੱਗੇ ਹੀ ਨਾਨਕ ਲੈ ਗਿਆ ਹੈ। ਰਤੀ ਭਰ ਰਹਿ ਗਈ ਹੈ ਜੋ ਬਾਕੀ ਜੀਵਾਂ ਨੂੰ ਵੰਡਣੀ ਹੈ, ਇਹ ਵੀ ਲੈ ਜਾਓ। ਇਸ ਦਾ ਭਾਵ ਇਹ ਹੈ ਕਿ ਗੁਰੂ ਨਾਨਕ ਗੁਰ ਹੁੰਦਿਆਂ ਵੀ ਨਿਮਰਤਾ ਦੇ ਪੁੰਜ ਹਨ। ਸਾਧੂ T.L. ਵਾਸਵਾਨੀ ਨੇ ਮੁਲਤਾਨ ਦੀ ਸਾਖੀ ਲਿਖਣ ਉਪਰੰਤ ਲੂਥਰ ਅਤੇ ਨਾਨਕ ਦੇ ਅਧਿਆਏ ਵਿੱਚ ਬਹੁਤ ਸੋਹਣਾ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਨਿਮਰਤਾ ਦੇ ਪੁੰਜ ਸਨ। ਜੋ ਲੋਕ ਉਹਨਾਂ ਦੀ ਤੁਲਨਾ ਮਾਰਟਨ ਲੂਥਰ ਦੇ ਨਾਲ ਕਰਦੇ ਹਨ ਉਹ ਗੁਰੂ ਨਾਨਕ ਦੇਵ ਜੀ ਨੂੰ ਇਨਸਾਫ ਨਹੀਂ ਦੇ ਰਹੇ। ਗੁਰੂ ਨਾਨਕ ਦੇਵ ਜੀ ਦੀ ਨਿਮਰਤਾ ਤੋਂ ਸਾਰੇ ਪ੍ਰਭਾਵਿਤ ਹੁੰਦੇ ਸਨ ਅਤੇ ਲੂਥਰ ਇੱਕ ਅਭਿਮਾਨੀ ਪੁਰਸ਼ ਸੀ। ਲੂਥਰ ਦੇ ਖਤ ਅਤੇ ਉਸ ਦੇ ਕਥਨ ਚੰਗੀ ਤਰ੍ਹਾਂ ਪ੍ਰਗਟ ਕਰਦੇ ਹਨ ਕਿ ਉਸ ਵਿੱਚ ਕਿਤਨਾ ਕੁ ਹੰਕਾਰ ਸੀ। ਹੋਰ ਦੇਖੋ, ਲੂਥਰ ਗਰੀਬਾਂ ਅਤੇ ਕਿਸਾਨਾਂ ਦੇ ਵਿਰੁੱਧ ਸੀ। ਜੋ ਗਰੀਬ ਕਿਰਤੀ ਕਿਸਾਨ ਆਪਣੇ ਹੱਕਾਂ ਲਈ ਬੋਲਦੇ ਲੜਦੇ ਸਨ, ਲੂਥਰ ਉਹਨਾਂ ਗਰੀਬਾਂ ਵਿਰੁੱਧ ਲਿਖਦਾ ਅਤੇ ਬੋਲਦਾ ਸੀ। ਉਸ ਨੇ ਹੀ ਰਾਜਿਆਂ ਅਤੇ ਰਾਣੀਆਂ ਨੂੰ ਪ੍ਰੇਰਿਆ ਕਿ ਉਹ ਕਿਸਾਨਾਂ ਦੀ ਬਗਾਵਤ ਨੂੰ ਕਰੜੇ ਹੱਥਾਂ ਨਾਲ ਦਬਾਉਣ ਲਈ ਇਕਮੁੱਠ ਹੋ ਜਾਣ। ਇਸੇ ਮੰਤਵ ਲਈ ਉਸ ਨੇ ਚੋਰ, ਕਾਤਲ,
ਕਿਸਾਨਾਂ ਦੇ ਟੋਲੇ ਵਿਰੁੱਧ ਨਾਂ ਦਾ ਇੱਕ ਭੜਕਾਊ ਪੈਂਫਲੇਟ ਵੀ ਲਿਖਿਆ। ਦੂਜੇ ਪਾਸੇ ਗੁਰੂ ਨਾਨਕ ਗਰੀਬਾਂ ਦੇ ਹਮਦਰਦੀ ਹੀ ਨਹੀਂ ਸਨ, ਬਲਕਿ ਉਹਨਾਂ ਵਿੱਚ ਰਹਿ ਕੇ ਆਨੰਦ ਮਾਣਦੇ ਸਨ। ਨੀਚਾਂ ਅੰਦਰ ਨੀਚ, ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ, ਵੰਡਿਆ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ। ਉਹਨਾਂ ਦੇ ਮੂੰਹ ਚੜ੍ਹੀ ਤੁਕ ਸੀ। ਉੱਥੇ ਤਕਰੀਬਨ 4 ਮਹੀਨੇ ਰਹਿ ਕੇ ਆਪ ਜੀ ਕਰਤਾਰਪੁਰ ਮੁੜੇ। ਇਤਨਾ ਪ੍ਰਭਾਵ ਪਿਆ ਕਿ ਜਦ ਵੀ ਬਹਾਵਲ ਹੱਕ ਨਮਾਜ਼ ਅਦਾ ਕਰੇ, ਅੱਗੇ ਗੁਰੂ ਨਾਨਕ ਦੇਵ ਜੀ ਦਾ ਰੂਪ ਖੜਾ ਦਿਸੇ। ਕੈਸੀ ਕਸ਼ਿਸ਼ ਭਰੀ ਸ਼ਖਸੀਅਤ ਸੀ ਗੁਰੂ ਬਾਬੇ ਦੀ। ਭਾਗ 12ਵਾਂ। ਹੋਰਿਓਂ ਗੰਗ ਵਹਾਈਐ, ਥਾਪਿਆ ਲਹਿਣਾ ਜੀਵਦੇ। ਭਾਈ ਗੁਰਦਾਸ ਜੀ ਲਿਖਦੇ ਹਨ ਕਿ ਜਾਰਤ ਕਰ ਮੁਲਤਾਨ ਦੀ, ਫਿਰ ਕਰਤਾਰਪੁਰ ਨੂੰ ਆਇਆ ਅਤੇ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਹੁਣ ਕੁਦਰਤੀ ਗੱਲ ਹੈ ਕਿ ਜਦ ਸਿੱਕੇ ਢਾਲੇ ਜਾਣਗੇ ਅਤੇ ਪੰਥ ਬਣੇਗਾ ਤਾਂ ਕਿਸੇ ਹੱਥ ਵਾਂਗ ਡੋਰ ਦੇਣ ਦੀ ਲੋੜ ਵੀ ਭਾਸੇਗੀ। ਅਗਲੀ ਤੁਕ ਵਿੱਚ ਭਾਈ ਜੀ ਲਿਖਦੇ ਹਨ ਕਿ ਥਾਪਿਆ ਲਹਿਣਾ ਜੀਵਦੇ, ਗੁਰਿਆਈ ਸਿਰ ਛਤਰ ਫਿਰਾਇਆ। ਬਲਵੰਡ ਜੀ, ਜੋ ਮਹਿਮਾ ਪ੍ਰਕਾਸ਼ ਦੇ ਕਥਨ ਅਨੁਸਾਰ ਗੁਰੂ ਨਾਨਕ ਦੇ ਸਮਕਾਲੀ ਸਨ ਅਤੇ ਗੁਰੂ ਜੀ ਨੇ ਉਚੇਚੇ ਕਰਤਾਰਪੁਰ ਮੰਗਵਾਏ ਸਨ ਅਤੇ ਗੁਰੂ ਅੰਗਦ ਜੀ ਨੂੰ ਉਸ ਦੀ ਸੌਂਪਣੀ ਕਰਦੇ ਹੋਏ ਫਰਮਾਇਆ ਸੀ, ਬਲਵੰਡ ਮੇਰਾ ਰਬਾਬੀ ਹੈ, ਇਸ ਕੋ ਨਾਲ ਲੈ ਜਾਈਏ ਤੋ ਸਾਡੇ ਰੋਬਰੋ ਭਾਵ ਸਾਹਮਣੇ ਸ਼ਬਦ ਦੀ ਚੌਂਕੀ ਕਰੇਗਾ। ਇਸ ਕੋ ਇਉਂ ਰੱਖਣਾ ਜਿਉਂ ਦੰਦਾਂ ਮੇਂ ਜੀਭ ਰਹਿੰਦੀ ਹੈ। ਬਲਵੰਡ ਰਬਾਬੀ ਤੁਮ ਸੰਗ ਜਾਵੇ, ਸਮੇਂ ਸਮੇਂ ਹਰ ਭਜਨ ਸੁਣਾਵੇ। ਇਸ ਪਰ ਦਇਆਵੰਤ ਸਦ ਰਹੀ ਹੈ, ਦਾਤਨ ਮੋ ਜਿਮ ਜੀਵ ਰੱਖੀ ਹੈ। ਉਸੇ ਬਲਵੰਡ ਜੀ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਕਥਨ ਹੈ ਕਿ ਦੁਨੀਆ ਆਖਦੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਹੱਦ ਦਾ ਉੱਚਾ ਬਚਨ ਬੋਲਿਆ ਹੈ ਅਤੇ ਉਸ ਨੇ ਕੀ ਕੀਤਾ ਹੈ। ਪਹਿਲਾਂ ਉਹਨਾਂ ਲਹਿਣਾ ਜੀ ਦੀ ਪਰਖ ਕੀਤੀ ਅਤੇ ਫਿਰ ਉਹਨਾਂ ਦੇ ਸਿਰ ਗੁਰਿਆਈ ਦਾ ਛਤਰ ਧਰਿਆ ਅਤੇ ਉਹਨਾਂ ਦੀ ਸ਼ੋਭਾ ਅਸਮਾਨ ਤੱਕ ਪਹੁੰਚਾ ਦਿੱਤੀ। ਜਿਸ ਵੇਲੇ ਗੁਰੂ ਜੀ ਨੇ ਸਿੱਖਾਂ ਪੁੱਤਰਾਂ ਨੂੰ ਪਰਖਿਆ ਤਾਂ ਇੱਕੋ ਲਹਿਣਾ ਜੀ ਹੀ ਉਭਰੇ, ਬਾਕੀ ਸਭ ਰਹਿ ਗਏ। ਇਹ ਉਲਟੀ ਗੰਗਾ ਕਰਤਾਰਪੁਰ ਹੀ ਵਗੀ। ਇਹ ਇਨਕਲਾਬ ਕਰਤਾਰਪੁਰ ਹੀ ਹੋਇਆ। ਦੁਨੀਆ ਨੂੰ ਇੱਕ ਸ਼ਾਨਦਾਰ ਇਨਕਲਾਬ ਜੋ ਸੰਨ 1668 ਵਿੱਚ ਇੰਗਲੈਂਡ ਵਿੱਚ ਹੋਇਆ ਸੀ ਦਾ ਪਤਾ ਹੈ, ਪਰ ਜੋ ਪੂਰੀ 1.5 ਸਦੀ ਪਹਿਲਾਂ 1539 ਵਿੱਚ ਕਰਤਾਰਪੁਰ ਹੋਇਆ ਉਸ ਦਾ ਗਿਆਨ ਨਹੀਂ। ਇਤਿਹਾਸ ਦੇ ਵਿਦਿਆਰਥੀ ਜਾਣਦੇ ਹਨ ਕਿ 1668 ਵਿੱਚ ਪਾਰਲੀਮੈਂਟ ਨੇ ਇੱਕ ਕਾਨੂੰਨ ਰਾਹੀਂ ਜੇਮਸ ਦੂਜੇ ਨੂੰ ਤਖਤ ਨਾ ਦੇ ਕੇ ਜੇਮਸ ਪਹਿਲੇ ਦੀ ਧੀ ਅਤੇ ਜਵਾਈ ਨੂੰ ਦੇ ਦਿੱਤਾ ਸੀ। ਇੰਗਲੈਂਡ ਦੇ ਇਤਿਹਾਸ ਵਿੱਚ ਉਹ ਸ਼ਾਨਦਾਰ ਇਨਕਲਾਬ ਕਰਕੇ ਪੜ੍ਹਿਆ ਜਾਣ ਲੱਗ ਪਿਆ। ਸੱਚ ਇਹ ਹੈ ਕਿ ਵਿਰਾਸਤ ਦਾ ਕਾਨੂੰਨ ਟੁੱਟਾ ਸੀ, ਪਰ ਤਖਤ ਫਿਰ ਵੀ ਖਾਨਦਾਨ ਵਿੱਚ ਹੀ ਰਿਹਾ। ਮੇਰੀ ਜੇਮਸ ਪਹਿਲੇ ਦੀ ਧੀ ਸੀ। ਖੂਨ ਦਾ ਨਾ ਸਹੀ ਸਾਕ ਦਾ ਸਬੰਧ ਕਾਇਮ ਰੱਖਿਆ ਗਿਆ, ਪਰ ਗੁਰੂ ਨਾਨਕ ਦੇਵ ਜੀ ਨੇ ਛਤਰ ਉਸ ਦੇ ਸਿਰ ਤੇ ਝੁਲਾਇਆ, ਜਿਸ ਨਾਲ ਕੋਈ ਰਿਸ਼ਤਾ ਕੀ ਵਾਹ ਵੀ ਨਹੀਂ ਸੀ। ਭਾਈ ਗੁਰਦਾਸ ਜੀ ਨੇ ਠੀਕ ਲਿਖਿਆ ਹੈ ਕਿ ਦੁਨਿਆਵੀ ਪਾਤਸ਼ਾਹ ਹੋਏ ਦੇ ਮਰੇ ਪੁੱਤੇ ਪਾਤਸ਼ਾਹੀ, ਪਰ ਬਾਬਾ ਨੇ ਘਰ ਚਾਲ ਹੈ ਗੁਰਮੁਖ ਗਾਡੀ ਰਾਹ ਨਿਭਾਈ। ਮੈਥਾਲੀ ਸ਼ਰਨ ਗੁਪਤਾ ਨੇ ਵੀ ਭਾਰਤ ਭਾਰਤੀ ਵਿੱਚ ਇਸੇ ਭਾਵ ਦਾ ਲਿਖਿਆ। ਪੁੱਤਰਵਾਨ ਹੋकर भी गुरु ने दिखलाकर आदर्श उदार, कुलगत नहीं सिखे गुण ही रखा, गद्दी का अधिकार। जिस ਨੂੰ ਪਰਖ ਕੇ ਗੁਰਮੁਖ ਦੇਖਿਆ, ਛਤਰ ਉਸ ਦੇ ਸਿਰ ਤੇ ਹੀ ਝੁਲਾ ਦਿੱਤਾ ਅਤੇ ਫਿਰ ਜਿਉਂਦਿਆਂ ਇਹ ਕਰਮ ਕੀਤਾ ਤਾਂ ਕਿ ਵਿਰਾਸਤ ਦੀ ਜੰਗ ਹੀ ਨਾ ਆਰੰਭ ਹੋ ਜਾਏ। ਈਰਖਾ ਨਾਲ ਬੇਸ਼ੱਕ ਕੋਈ ਸੜੇ ਪਿਆ, ਪਰ ਨਿਰਣਾ ਗੁਰੂ ਸਾਹਿਬ ਜਿਉਂਦੇ ਹੀ ਸਾਰਿਆਂ ਸਾਹਮਣੇ ਕਰ ਦਿੰਦੇ ਸਨ। ਭਾਈ ਲਹਿਣਾ ਜੀ ਤੇ ਛਤਰ ਝੁਲਾਉਣ ਦੀ ਸਾਖੀ ਵੀ ਬੜੀ ਰੌਚਕ ਹੈ ਅਤੇ ਪੜ੍ਹਨ ਨਾਲ ਸੰਬੰਧ ਰੱਖਦੀ ਹੈ। ਭਾਈ ਲਹਿਣਾ ਜੀ ਆਪ ਜੀ ਦਾ ਜਨਮ ਮੱਤੇ ਦੀ ਸਰਾਂ, ਜ਼ਿਲ੍ਹਾ ਫਿਰੋਜ਼ਪੁਰ, ਬਾਬਾ ਫੇਰੂ ਜੀ ਦੇ ਘਰ ਮਾਤਾ ਸਭਰਾਈ ਦੀ ਕੁੱਖੋਂ 31 ਮਾਰਚ ਸੰਨ 1504 ਨੂੰ ਹੋਇਆ। ਮਹਿਮਾ ਪ੍ਰਕਾਸ਼ ਵਾਲਾ ਬਾਬਾ ਜੀ ਦੀ ਉਪਮਾ ਬਡਭਾਗੀ
ਸ਼ੁਭ ਭਲਾ ਅਚਾਰੇ ਦੇ ਸ਼ਬਦਾਂ ਨਾਲ ਕਰਦਾ ਹੈ ਅਤੇ ਭਾਈ ਲਹਿਣੇ ਜੀ ਨੂੰ ਸੁੱਤ ਸਿੱਧ ਗਿਆਨ ਕੀ ਖਾਣ ਕਹਿੰਦਾ ਹੈ। ਬਾਬਾ ਫੇਰੂ ਮੱਲ ਜੀ ਦੇ ਵੜੀਕੇ ਜ਼ਿਲ੍ਹਾ ਗੁਜਰਾਤ, ਜੋ ਕਿ ਹੁਣ ਪਾਕਿਸਤਾਨ ਵਿੱਚ ਹੈ, ਦੇ ਪਿੰਡ ਮੰਗੋਵਾਲ ਦੇ ਰਹਿਣ ਵਾਲੇ ਸਨ। ਬਾਬਾ ਫੇਰੂ ਜੀ ਦੇ ਸਹੁਰੇ ਉਹਨਾਂ ਨੂੰ ਮੱਤੇ ਦੀ ਸਰਾਂ ਲੈ ਆਏ। ਬਾਬਾ ਫੇਰੂ ਜੀ ਚੌਖੇ ਪੜ੍ਹੇ ਲਿਖੇ ਸਨ ਅਤੇ ਸੋ ਉਹਨਾਂ ਨੇ ਤਖਤ ਮੱਲ ਪਾਸ ਨੌਕਰੀ ਕਰ ਲਈ। ਤਖਤ ਮੱਲ ਦੇ 7 ਪੁੱਤਰ ਅਤੇ 1 ਧੀ ਸੀ। ਧੀ ਦਾ ਨਾਂ ਵੀਰਾਂ ਵਾਲੀ ਸੀ, ਜੋ ਵਿਰਾਈ ਕਰਕੇ ਪ੍ਰਸਿੱਧ ਹੋਈ। ਕੁਝ ਚਿਰ ਤਾਂ ਫੇਰੂ ਮੱਲ ਜੀ ਦਾ ਕੰਮ ਠੀਕ ਠਾਕ ਚੱਲਦਾ ਰਿਹਾ, ਪਰ ਕਿਸੇ ਨਿਗੂਣੀ ਜਿਹੀ ਗੱਲੋਂ ਤਖਤ ਮੱਲ ਨਾਲ ਅਣਬਣ ਹੋ ਗਈ। ਵਿਰਾਈ ਜੀ ਨੇ ਪੈ ਕੇ ਗੱਲ ਤਾਂ ਮੁਕਾ ਦਿੱਤੀ, ਪਰ ਡਰ ਸੀ ਕਿ ਵਿਰੋਧ ਨਾ ਵੱਧ ਜਾਏ, ਸੋ ਉਹਨਾਂ ਨੇ ਕੁੜਮ ਭਾਈ ਲਹਿਣਾ ਜੀ ਦੇ ਸਹੁਰੇ ਨੇ ਹਰੀ ਕੇ ਪੱਤਣ ਲਾਗੇ ਆਉਣ ਲਈ ਮਨਵਾ ਲਿਆ। ਕੁਝ ਚਿਰ ਤਾਂ ਆਪ ਹਰੀ ਕੇ ਪੱਤਣ ਰਹੇ, ਫਿਰ ਡੇਰਾ ਸੰਗਰ ਹੀ ਕਰ ਲਿਆ। ਬਾਬਰ ਦੇ ਇੱਕੇ ਦੁੱਕੇ ਹਮਲੇ ਆਰੰਭ ਹੋ ਚੁੱਕੇ ਸਨ। 1526 ਈਸਵੀ ਵਿੱਚ ਉਹ ਇਬਰਾਹਿਮ ਨੂੰ ਹਰਾ ਕੇ ਹਿੰਦੁਸਤਾਨ ਦਾ ਬਾਦਸ਼ਾਹ ਬਣ ਗਿਆ। ਇਹਨਾਂ ਹਮਲਿਆਂ ਵਿੱਚ ਹੀ ਮੱਤੇ ਦੀ ਸਰਾਂ ਤਬਾਹ ਹੋ ਗਈ ਸੀ ਅਤੇ ਇਤਿਹਾਸਕਾਰਾਂ ਦੇ ਕਥਨ ਅਨੁਸਾਰ ਇੱਕ ਜਾਗਦਾ ਦੀਵਾ ਵੀ ਬਾਬਰ ਨੇ ਨਾ ਛੱਡਿਆ, ਸੋ ਪੂਰਨ ਤੌਰ ਤੇ ਟਿਕਾਣਾ ਸੰਗਰ ਹੀ ਹੋ ਗਿਆ। ਭਾਈ ਲਹਿਣਾ ਜੀ ਦੇਵੀ ਭਗਤ ਸਨ। ਹਰ ਸਾਲ ਜੰਮੂ ਲਾਗੇ ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਪਿਤਾ ਜੀ ਨਾਲ ਜਾਇਆ ਕਰਦੇ ਸਨ। ਪਿਤਾ ਜੀ ਸੰਘ ਦੇ ਮੁਖੀ ਸਨ ਅਤੇ ਹੁਣ ਉਹ ਵੀ ਮੁਖੀ ਬਣ ਕੇ ਕੰਮ ਨੂੰ ਨਿਭਾਉਂਦੇ ਰਹੇ। ਇੱਕ ਵਾਰੀ ਆਪਣੀ ਧਰਮ ਭੂਆ ਵਿਰਾਈ ਜੀ ਨੂੰ ਖਡੂਰ ਸਾਹਿਬ ਮਿਲਣ ਆਏ ਤਾਂ ਸਵੇਰੇ ਅੰਮ੍ਰਿਤ ਵੇਲੇ ਭਾਈ ਜੋਧ ਦੇ ਮੁਖੋਂ ਜਿਤ ਸੇਵੀਏ ਸੁਖ ਪਾਈਏ, ਸੋ ਸਾਹਿਬ ਸਦਾ ਸੰਭਾਲੀਏ। ਜਿਤ ਕੀਤਾ ਪਾਈਏ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਏ। ਮੰਦਾ ਮੂਲ ਨਾ ਕੀਚੀ, ਦੇ ਲੰਮੀ ਨਦਰ ਨਿਹਾਲੀਏ। ਜੋ ਸਾਹਿਬ ਨਾਲ ਨਾ ਹਾਰੀਏ, ਤੇ ਵੇਹਾਂ ਪਾਸ ਢਾਲੀਏ। ਕਿਛ ਲਾਹੇ ਉੱਪਰ ਘਾਲੀਏ। ਪੌੜੀ ਸੁਣੀ ਤਾਂ ਗੁਰੂ ਨਾਨਕ ਦੇ ਦਰਸ਼ਨਾਂ ਦੀ ਤਾਂਘ ਉੱਠੀ। ਉਸ ਸਾਲ ਦੇਵੀ ਦਰਸ਼ਨਾਂ ਨੂੰ ਜਾਂਦਿਆਂ ਆਪ ਸੰਘ ਦਾ ਸਾਥ ਛੱਡ ਕੇ ਕਰਤਾਰਪੁਰ ਦਰਸ਼ਨਾਂ ਲਈ ਪੁੱਜੇ। ਕਰਤਾਰਪੁਰ ਅਸਚਰਜ ਖੇਡ ਹੋ ਗਈ। ਘੋੜੇ ਚੜ੍ਹੇ ਹੀ ਜਿਸ ਵਿਅਕਤੀ ਕੋਲੋਂ ਗੁਰੂ ਨਾਨਕ ਦਾ ਘਰ ਪੁੱਛਿਆ ਤਾਂ ਉਹ ਗੁਰੂ ਸਾਹਿਬ ਹੀ ਸਨ। ਗੁਰੂ ਨਾਨਕ ਦੇਵ ਜੀ ਦੇ ਘੋੜੇ ਦੀ ਲਗਾਮ ਫੜ ਕੇ ਆਪਣੇ ਹੀ ਡੇਰੇ ਆਏ ਅਤੇ ਫਿਰ ਮੰਜੀ ਤੇ ਬੈਠ ਦਰਸ਼ਨ ਦਿੱਤੇ। ਭਾਈ ਲਹਿਣਾ ਜੀ ਦਾ ਇੱਕ ਰੰਗ ਆਵੇ ਅਤੇ ਦੂਜਾ ਜਾਵੇ ਕਿ ਬੜੀ ਅਵੱਗਿਆ ਹੋ ਗਈ। ਗੁਰੂ ਨਾਨਕ ਜੀ ਨੇ ਉਹਨਾਂ ਦੀ ਇਹ ਦਸ਼ਾ ਬਾਰੇ ਪੁੱਛਿਆ, ਪੁਰਖਾ ਤੇਰਾ ਨਾਂ ਕੀ ਹੈ? ਉਹਨਾਂ ਕਿਹਾ, ਮੇਰਾ ਨਾਂ ਲਹਿਣਾ ਹੈ। ਆਪ ਜੀ ਨੇ ਕਿਹਾ, ਲਹਿਣੇ ਦਾ ਭਾਵ ਲੈਣਾ। ਤੁਸੀਂ ਲੈਣ ਵਾਲੇ ਅਤੇ ਮੈਂ ਦੇਣ ਵਾਲਾ। ਫਿਰ ਲੈਣ ਵਾਲੇ ਤਾਂ ਆਮਦੇ ਹੀ ਘੋੜਿਆਂ ਤੇ ਚੜ੍ਹ ਕੇ ਹਨ। ਫਿਰ ਦਰਸ਼ਨ ਕਰਕੇ ਮਨ ਨੂੰ ਸ਼ਾਂਤੀ ਮਿਲੀ। ਉੱਥੇ ਕਰਤਾਰਪੁਰ ਰਹਿਣ ਦਾ ਮਨ ਬਣਾ ਲਿਆ। ਇਹ ਘਟਨਾ 1532 ਈਸਵੀ ਦੀ ਹੈ। ਭਾਈ ਦਾਸੂ ਜੀ ਅਤੇ ਬੀਬੀ ਅਮਰੋ ਜੀ ਦਾ ਜਨਮ ਹੋ ਚੁੱਕਾ ਸੀ। ਜਦ ਜਥਾ ਵਾਪਸ ਆਇਆ ਤਾਂ ਜੋ ਕਿਸੇ ਦੇ ਮਨ ਵਿੱਚ ਆਇਆ, ਮਾਤਾ ਖੀਵੀ ਜੀ ਨੂੰ ਕਹੀ ਗਿਆ, ਕੋਈ ਆਖਦਾ ਤੇਰਾ ਪਤੀ ਤੇਰਾ ਸਾਥ ਛੱਡ ਕੇ ਕਰਤਾਰੀ ਹੋ ਗਿਆ ਈ। ਕਿਸੇ ਆਖਿਆ ਲਹਿਣਾ ਕਰਤਾਰਪੁਰ ਹੀ ਨਾਨਕ ਤਪੇ ਪਾਸ ਰਹਿ ਪਿਆਈ। ਸੰਗ ਨੂੰ ਜਵਾਬ ਦੇ ਦਿੱਤਾ ਸੂ। ਪਰ ਕੁਝ ਦਿਨ ਪਿੱਛੋਂ ਭਾਈ ਲਹਿਣਾ ਜੀ ਆਏ ਅਤੇ ਸਾਰਾ ਕੰਮਕਾਜ ਭਣੇਵੇਂ ਨੂੰ ਸੌਂਪ ਕੇ ਵਾਪਸ ਕਰਤਾਰਪੁਰ ਜਾਣ ਲੱਗੇ ਤਾਂ ਉਹਨਾਂ ਲੂਣ ਦੀ ਇੱਕ ਖਿੱਟੀ ਸਿਰ ਤੇ ਚੁੱਕ ਲਈ ਅਤੇ ਧਰਮਸ਼ਾਲਾ ਮਾਤਾ ਸੁਲੱਖਣੀ ਦੇ ਚਰਨਾਂ ਤੇ ਆਣ ਰੱਖੀ। ਜਦ ਗੁਰੂ ਨਾਨਕ ਦੇਵ ਜੀ ਦਾ ਪਤਾ ਉਹਨਾਂ ਪੁੱਛਿਆ ਤਾਂ ਮਾਤਾ ਜੀ ਨੇ ਕਿਹਾ ਕਿ ਉਹ ਖੇਤਾਂ ਨੂੰ ਗਏ ਹੋਏ ਹਨ। ਉੱਥੇ ਪੁੱਜ ਕੇ ਦੇਖਿਆ ਤਾਂ ਗੁਰੂ ਨਾਨਕ ਦੇਵ ਜੀ ਘਾਹ ਕੱਟ ਰਹੇ ਹਨ। ਆਪ ਜੀ ਵੀ ਕੱਟਣ ਲੱਗੇ। ਖੇਤੀ ਕਦੀ ਕੀਤੀ ਨਹੀਂ ਸੀ, ਸੋ ਘਾਹ ਨਾਲ ਧਾਨ ਵੀ ਪੱਟੀ ਜਾਣ। ਮਹਾਰਾਜ ਮੁਸਕਰਾਉਂਦੇ ਰਹੇ। ਘਾਹ ਦੀਆਂ 2 ਪੰਡਾਂ ਤਿਆਰ ਹੋ ਗਈਆਂ। ਇੱਕ ਗੁਰੂ ਨਾਨਕ ਨੇ ਆਪ ਉਠਾ ਲਈ ਅਤੇ ਦੂਜੀ ਭਾਈ ਲਹਿਣਾ ਜੀ ਨੇ। ਜਦ ਘਰ ਪੁੱਜੇ ਤਾਂ ਮਾਤਾ ਸੁਲੱਖਣੀ ਜੀ ਕਹਿਣ ਲੱਗੇ, ਕੁਝ ਤਾਂ ਦੇਖਿਆ ਕਰੋ, ਜੋ ਵੀ ਆਪ ਜੀ ਪਾਸ ਆਉਂਦਾ ਹੈ ਤਿਸ ਦਾ ਤੁਸੀਂ ਇਹੀ ਹਾਲ ਕਰਦੇ ਹੋ। ਇਹ ਤਾਂ ਅੱਗੇ ਹੀ ਭਾਰ ਚੁੱਕ ਕੇ ਪਿੰਡੋਂ ਆਏ ਸਨ। ਬਾਬੇ ਨੇ ਬਚਨ ਕੀਤਾ, ਇਨਕੇ ਸਿਰ ਪਰ ਗਠੜੀ ਘਾਸ ਕੀ ਨਹੀਂ ਦਿੱਤੀ, ਸੋ यहाँ दीन दुनिया का शतर दिया है और कपड़े ऊपर चाला नहीं केसर पड़िया है। ਇਹ ਵੱਡਾ ਭਾਗਵਾਨ ਪੁਰਖ ਹੈ। ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਵਿੱਚ ਗੁਰੂ ਨਾਨਕ ਦੇਵ ਜੀ ਨੇ ਕਿਹਾ,
मैं दीन दुनिया का छतर सिर धारा, वह कीच जल नहीं केसर सिर डारा। एह लहन मैं इसको देना, कहो सत मिथ्या नहीं बहना। इनको मोसो है बिद बनी, मेरे राज को आयो धनी। भाई लैणा जी पहली परख विच पूरे उतरे। किरत ही केसर है, लूण दी खिट्टी सिर ते चुकन दा भाव सी कि ओह अगे तो कोई भी सवास अजाई नहीं गवावणगे। भये कबूल खसम नाल, बलवंड जी आखदे हन कि जदों अंगद देव जी ने मर्दां वाली घाल घाली तां ओह अपने सतगुर दे दर ते कबूल होए। भये कबूल खसम नाल जां घाल मरदी घाली। सब नूं फिर सेवा करन दी हद दसी अते फिर कौल पालन दी। पुत्तर भी कौल ना पाल सके। उन्हां 7 सालां विच जो साखियां करतारपुर होईयां ओह गौह नाल पढ़न वालियां हन। जिक्र आउंदा है कि एक वारी गंदे नाले विच कटोरा डिग पिया। सुभाविक ही गुरु जी ने दोनां पुत्रां बाबा श्री चंद अते बाबा लखमी चंद जी नूं कड्ढण दी आग्या दित्ती। उन्हां कंन मरोड़ दित्ते, पिट्ठां मोड़ लईआं। भाई लैणा जी नूं जद कटोरा कड्ढण दी आग्या होई तां उन्हां गंदे टोए विच वड़ के कटोरा बाहर कढ लिआंदा। गुरु नानक देव जी देख रहे सन कि कोई सुंदर कटोरे गंदियां नालियां अते टोयां विच डिगे होए रुल गए हन। हर कोई देखदा है पर विच वड़ के कोई कड्ढण लई ਤਿਆਰ नहीं। गुरु जो सब दा भला मनाइंदा है, ਉਹਦਾ फर्ज है कि आपू लिबड़ के भी दूजे दी कल्याण करे। भाई लैणा जी इस परख विच भी पूरे उतरे। एक वार एक चूही वरांडे विच मोई पई सी। पुत्रां नूं उठा सुੱਟਣ ਲਈ ਕਿਹਾ ਤਾਂ ਉਹਨਾਂ ਇਨਕਾਰ ਕਰ ਦਿੱਤਾ। गुरु जी ने जद भाई लैणा जी नूं उठा के बाहर ਸੁੱਟਣ ਲਈ ਕਿਹਾ ਤਾਂ ਉਹਨਾਂ ਉਸੇ वक्त चुक के ਥਾਂ साफ कर ਦਿੱਤੀ। ਅੱਜ ਦੇ ਸਮੇਂ भी ਅਸੀਂ सफाई ਕਰਨ ਵਾਲੇ ਨੂੰ ਚੂੜਾ ਕਹਿ ਕੇ ਦੁਰਕਾਰਦੇ ਹਾਂ। गुरु नानक देव जी देख रहे सन कि ਇਹ ਉੱਚੀ जात ਦਾ भाई लैणा ਉਹਨਾਂ ਨਾਲ नफरत ਤਾਂ नहीं करदा। भाई लैणा जी ਤਾਂ गुरु ਦਾ अंग बने रहे सन। ਇਹ पौड़ी भी ਉਹ चढ़ गए। फिर सियाल दी रुत्ते बारिश विच ही धर्मशाल दी कंध नूं जो ढठ गई सी, उस समय गुरु जी ने उसारन लई कहा। धर्म भी ऐसा है कि जे इस विच रता कू ढिल दे दित्ती जाए तो छेती ही धर्म अधर्म जां कुधर्म बन जांदा है। ढठे धर्म अते धर्मशाल नूं समय सिर उसारन अते सवारन दी लोड़ है। गुरु जी ਇਹ तक रहे सन कि जिस ते जिम्मेवारी पैनी है ਉਹ तत्पर है कि नहीं। भाई लैणा जी उस विच भी पूरे उतरे। बिना किंतु कीते भाई लैणा जी नूं आग्या पालदा तक गुरु नानक देव जी ने माता सुलखणी नूं एक वारी कहा भी, सच दसी परमेश्वर कीए साडा पुत्र लैणा है जय श्री चंद। फिर अद्धी रात नूं सियाल दी रुत्ते रावी दे किनारे कपड़े धो लियाउण दी आग्या हुई। आप जी पंड चुक के चल पए। किन्नियां ही पंडां गुरु नूं धोणियां पैंदियां सन। जिस गुरगद्दी ते बैठना है ਉਹ सिर्फ आपू ही उजला नहीं होना चाहिदा, दूजिਆਂ ਨੂੰ निर्मल ਕਰਨ ਦੀ शक्ति ਅਤੇ बल उस विच होना चाहिदा है। भाई लैणा जी दे घर सूरज चढ़ पिया सी। साखीकारां ਇਹ ही लिखिया है कि जद ਉਹ कपड़े धो रहे सन ਤਾਂ सूरज चढ़ पिया। ਗਿਆਨ हो गया कि रुड़ी जांदी लुकाई ਨੂੰ ਅਤੇ गंद विच लपेटी जनता ਨੂੰ आपा वार के ही बचाया ਅਤੇ संवारिया जा सकदा है। हुक्म ਉਹ ही मनवा सकदा है जो पहला आपू हुक्म मनण लई तत्पर रहे। इस तरह दीयां साखियां करतारपुर होईयां। एक वारी गुरु जी ने रावी विच इशनान करन लई डुबकी मारी ही सी कि गड़े पैण लग पए। सारे साथी दरख्त दे ओले हो गए। गुरु अंगद देव जी उत्थे रावी किनारे ही बैठे रहे, गड़ियां विच ही दब गए। बारिश थमी तां आप जी ने कहा, पुरखा तुसीं इत्थे क्यों बैठे, किसी बिरख के आसरे जाए बैठते। तब अंगद जी ने कहा, सच्चे पातशाह सानू जगतमों किसी वृक्ष नाल अर्थ नहीं रहा। जिस चरणों से प्रयोजन है तिसी के अंग बैठे हाँ। एक वारी अत गर्मी विच भी कितनी देर पल्ला गुरु नानक जी दे चेहरे वल कर खड़े रहे। गर्मी सर्दी दोवें ही झल लईआं। इसे तरह एक वारी बाबा बुढ़ा जी खूह पए गेड़दे सन ਅਤੇ गुरु अंगद जी नूं चबच्चे विच गुरु नानक जी नूं इशनान करा रहे सन।
ਤਾਂ ਗੁਰੂ ਨਾਨਕ ਜੀ ਨੇ ਉੱਚੀ ਆਵਾਜ਼ ਨਾਲ ਪੁੱਛਿਆ, ਬੁੱਢਿਆ ਕਿੰਨੀ ਰਾਤ ਗੁਜ਼ਰ ਗਈ? ਤਾਂ ਬੁੱਢੇ ਜੀ ਨੇ ਕਿਹਾ, ਪਾਤਸ਼ਾਹ 2.5 ਪਹਿਰ ਗੁਜ਼ਰ ਗਈ, 1.5 ਪਹਿਰ ਰਹਿ ਗਈ। ਫਿਰ ਆਪ ਜੀ ਨੇ ਗੁਰੂ ਅੰਗਦ ਦੇਵ ਜੀ ਕੋਲੋਂ ਪੁੱਛਿਆ, ਪੁਰਖਾ ਕਿੰਨੀ ਰਾਤ ਗੁਜ਼ਰ ਗਈ? ਤਾਂ ਆਪ ਜੀ ਨੇ ਕਿਹਾ, ਜਿੰਨੀ ਤੂੰ ਗੁਜ਼ਾਰੀ ਗੁਜ਼ਰ ਗਈ, ਜਿੰਨੀ ਤੂੰ ਰੱਖੀ ਰਹਿ ਗਈ। ਤੇਰੀ ਰਾਤ ਤੇਰਾ ਦਿਨ। ਇੱਕ ਵਾਰੀ ਅੱਧੀ ਰਾਤ ਵੇਲੇ ਪੁੱਛਿਆ, ਭਾਈ ਅੰਗਦਾ ਦਿਨ ਹੋ ਗਿਆ ਹੈ? ਗੁਰੂ ਅੰਗਦ ਜੀ ਨੇ ਉੱਤਰ ਦਿੱਤਾ, ਸੱਚੇ ਪਾਤਸ਼ਾਹ ਦਿਨ ਹੋ ਗਿਆ ਹੈ। ਭਾਈ ਸੇਵਾ ਰਾਮ ਪਰਚੀਆਂ ਵਿੱਚ ਲਿਖਦੇ ਹਨ ਕਿ ਜਦ ਉਹਨਾਂ ਕੱਪੜੇ ਧੋ ਲਿਆਂਦੇ ਤਾਂ ਗੁਰੂ ਨਾਨਕ ਜੀ ਨੇ ਪੁੱਛਿਆ, ਪੁਰਖਾ ਉੱਥੇ ਦਿਨ ਸੀ ਕਿ ਰਾਤ? ਗੁਰੂ ਅੰਗਦ ਜੀ ਨੇ ਕਿਹਾ, ਜੇ ਤੂੰ ਦੇਹੋਂ ਚਾਹੁੰਦਾ ਹੈ ਤਾਂ ਦੇਹੋਂ ਹੋਈ ਜਾਂਦਾ ਹੈ, ਜੇ ਤੂੰ ਰਾਤ ਚਾਹੁੰਦਾ ਹੈ ਤਾਂ ਰਾਤ ਹੋਈ ਜਾਂਦੀ ਹੈ। ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਵਿੱਚ ਭਾਈ ਲਹਿਣਾ ਜੀ ਨੇ ਉਸ ਸਮੇਂ ਕਿਹਾ, ਰਾਤ ਦਿਵਸ ਜਾਣਤ ਹਮ ਨਾਹੀ, ਨਿਸ ਦਿਨ ਧਿਆਨ ਸਤਿਗੁਰ ਮਨ ਮਾਹੀ। ਇਸ ਤਰ੍ਹਾਂ ਭਾਈ ਲਹਿਣਾ ਜੀ ਪ੍ਰੇਮ ਵਾੜੀ ਨੂੰ ਜੋ ਬਿਨਾਂ ਬੀਜੀ ਸੀ, ਨੇਹ ਜਲ ਨਾਲ ਸਿੰਜ ਰਹੇ ਸਨ। ਪ੍ਰੇਮ ਬਾਰੀ ਬੋਈ ਇਨੇ ਸਿੰਚਤ ਸਦ ਜਲ ਨੇਹਾ। ਗੱਲ ਕੀ ਹੁਕਮ ਸਮਝਣ ਅਤੇ ਪਾਲਣ ਵਿੱਚ ਵੀ ਅੰਗਦ ਦੇਵ ਜੀ ਨੇ ਹੱਦ ਦੱਸ ਦਿੱਤੀ। ਹੁਕਮ ਤੇ ਜੋ ਬਿਨਾਂ ਸ਼ੰਕੇ ਤੇ ਤੁਰਦਾ ਹੈ, ਉਸ ਦੀਆਂ ਮੁਕਤ ਭੁਗਤ ਦਾਸੀਆਂ ਬਣਦੀਆਂ ਹਨ ਅਤੇ ਉਹ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ। ਗੁਰ ਭਗਤਾ ਜੋ ਬਚਨ ਗੁਰ ਬਿਨ ਸੰਕਾ, ਹਿਰਦੇ ਧਾਰ ਮੁਕਤ ਭਗਤ ਸਭ ਕਿਛ ਲਹੇ, ਭਵ ਨਿਧ ਉਤਰੇ ਪਾਰ। ਉਹ ਗੁਰੂ ਨੂੰ ਕਿਤਨਾ ਕੁ ਸਮਝ ਗਏ ਸਨ, ਇਸ ਦੀ ਇੱਕ ਵਾਰਤਾ ਸੰਤ ਰਤਨਮਾਲਾ ਵਿੱਚ ਲਿਖੀ ਹੈ। ਜਦ ਗੁਰੂ ਗੱਦੀ ਦਾ ਫੈਸਲਾ ਹੋਇਆ ਤਾਂ ਬਾਬਾ ਸ਼੍ਰੀ ਚੰਦ ਜੀ ਅਤੇ ਬਾਬਾ ਲਖਮੀ ਚੰਦ ਨੇ ਬਰਾਦਰੀ ਇਕੱਠੀ ਕਰ ਲਈ। ਬਰਾਦਰੀ ਦਾ ਮੁਖੀ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗਾ ਕਿ ਤੁਸੀਂ ਚੰਗਾ ਨਹੀਂ ਕੀਤਾ, ਗੱਦੀ ਸ਼੍ਰੀ ਚੰਦ ਜਾਂ ਲਖਮੀ ਚੰਦ ਨੂੰ ਦੇਣੀ ਸੀ। ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਮੈਂ ਕਿਸੇ ਨੂੰ ਗੱਦੀ ਨਹੀਂ ਦਿੱਤੀ, ਇਹ ਤਾਂ ਅਕਾਲ ਪੁਰਖ ਵੱਲੋਂ ਹੁੰਡੀ ਸੀ ਜੋ ਸੇਵਕ ਨੂੰ ਤਾਰਨੀ ਸੀ। ਸੇਵਕ ਮੈਂ ਡਿੱਠਾ ਭਾਈ ਲਹਿਣਾ। ਤਾਂ ਬਰਾਦਰੀ ਨੇ ਫਿਰ ਕਿਹਾ ਕਿ ਪੁੱਤਰ ਤੇਰੇ ਕੋਈ ਘੱਟ ਸੇਵਕ ਹਨ? ਗੁਰੂ ਨਾਨਕ ਜੀ ਨੇ ਕਿਹਾ ਕਿ ਬਹਿਸ ਕਰਨੀ ਠੀਕ ਨਹੀਂ, ਹੁਣੇ ਹੀ ਪਰਖ ਲੈਂਦੇ ਹਾਂ ਕੌਣ ਸੇਵਕ ਹੈ ਅਤੇ ਕੌਣ ਨਹੀਂ। ਗੁਰੂ ਨਾਨਕ ਜੀ ਨੇ ਇੱਕ ਪੈਸੇ ਆਪਣੀ ਹਥੇਲੀ ਤੇ ਰੱਖਿਆ ਅਤੇ ਮੁੱਠੀ ਬੰਦ ਕਰਕੇ ਸਾਰਿਆਂ ਸਾਹਮਣੇ ਕਹਿਣ ਲੱਗੇ, ਸ਼੍ਰੀ ਚੰਦਾ ਮੇਰੀ ਮੁੱਠੀ ਵਿੱਚ ਕੀ ਹੈ? ਬਾਬਾ ਸ਼੍ਰੀ ਚੰਦ ਬੋਲਿਆ, ਪਿਤਾ ਜੀ ਤੁਹਾਡੀ ਮੁੱਠੀ ਵਿੱਚ ਇੱਕ ਪੈਸਾ। ਮਾਲਕ ਮੁਸਕਰਾ ਦਿੱਤੇ। ਫਿਰ ਲਖਮੀ ਚੰਦ ਜੀ ਕੋਲੋਂ ਪੁੱਛਿਆ ਤਾਂ ਉਹਨਾਂ ਨੇ ਵੀ ਇਹੀ ਕਿਹਾ ਕਿ ਮੁੱਠੀ ਵਿੱਚ ਇੱਕ ਪੈਸਾ ਹੈ। ਜਦ ਗੁਰੂ ਅੰਗਦ ਸਾਹਿਬ ਤੋਂ ਪੁੱਛਿਆ ਤਾਂ ਉਹਨਾਂ ਹੱਥ ਜੋੜ ਕੇ ਕਿਹਾ, ਪਾਤਸ਼ਾਹ ਮੇਰੀ ਸ਼ਕਤੀ ਨਹੀਂ ਕਿ ਮੈਂ ਦੱਸ ਸਕਾਂ ਤੁਹਾਡੀ ਮੁੱਠੀ ਵਿੱਚ ਕੀ ਹੈ। ਹਾਂ ਬਖਸ਼ਿਸ਼ ਕਰੋ ਤਾਂ ਦੱਸਾਂ ਕਿ ਤੁਹਾਡੀ ਮੁੱਠੀ ਵਿੱਚ ਕੀ ਹੈ। ਤੁਹਾਡੀ ਮੁੱਠੀ ਵਿੱਚ ਗਿਆਨ, ਭਗਤੀ, 9 ਨਿੱਧਾਂ, 18 ਸਿੱਧਾਂ ਅਤੇ ਮਾਫ਼ ਕਰਨਾ। ਇਹ ਮੁੱਠੀ ਖੁੱਲ੍ਹ ਜਾਏ ਤਾਂ ਪ੍ਰਭੂ ਦਾ ਦੀਦਾਰ ਹੋ ਜਾਏ। ਆਪ ਆਪੇ ਸੇਤੀ ਮਿਕਿਓਨ। ਅਖੀਰਲੀ ਪਰਖ ਵਾਲੀ ਸਾਖੀ ਵਿੱਚ ਲਿਖਿਆ ਹੈ ਕਿ ਪਰਖ ਲਈ ਧਾਨਕ ਰੂਪ ਧਾਰਨ ਕਰ ਲਿਆ, ਮੈਲੇ ਕੱਪੜੇ ਪਹਿਨ ਲਏ ਅਤੇ ਹੱਥ ਕੁੱਤਕ ਲੈ ਲਿਆ, ਪਿੱਛੇ ਕੁੱਤਾ ਲਗਾ ਲਿਆ ਅਤੇ ਸ਼ਹਿਰੋਂ ਬਾਹਰ ਉਜਾੜ ਮਸਾਣਾ ਵੱਲ ਚੱਲ ਪਏ। ਇਹ ਯਾਦ ਰਵੇ ਕਿ ਕਰਤਾਰਪੁਰ ਦੀ ਆਬਾਦੀ ਉਸ ਸਮੇਂ 20,000 ਹੋ ਗਈ ਸੀ। ਪਿੱਛੇ ਆਉਂਦੀ ਭੀੜ ਨੂੰ ਦੂਰ ਕਰਨ ਲਈ ਆਪ ਜੀ ਨੇ ਪੈਸਿਆਂ ਦੀ ਸੋਟ ਕੀਤੀ। ਕੁਝ ਪੈਸੇ ਚੁੱਕਣ ਲੱਗ ਪਏ, ਫਿਰ ਰੁਪਏ, ਫਿਰ ਮੋਤੀ, ਫਿਰ ਹੀਰੇ, ਪਰ ਫਿਰ ਵੀ ਕੁਝ ਜਗਿਆਸੂ ਮਗਰ ਆਉਂਦੇ ਰਹੇ। ਆਪ ਜੀ ਨੇ ਫਿਰ ਕੁੱਤਾ ਛੱਡ ਦਿੱਤਾ ਅਤੇ ਰਹਿੰਦੇ ਸਾਰੇ ਹੀ ਨੱਸ ਗਏ। ਸਿਰਫ 3 ਰਹਿ ਗਏ, ਇੱਕ ਬਾਬਾ ਬੁੱਢਾ ਜੀ, ਦੂਜੇ ਭਾਈ ਦੁਣੀ ਚੰਦ ਅਤੇ ਤੀਜੇ ਭਾਈ ਲਹਿਣਾ ਜੀ। ਆਪ ਜੀ ਨੇ ਡੰਡਾ ਜ਼ੋਰ ਦਾ ਭਾਈ ਦੁਣੀ ਚੰਦ ਜੀ ਨੂੰ ਮਾਰਿਆ। ਉਹ ਭੱਜ ਉੱਠੇ ਅਤੇ ਬਾਬਾ ਬੁੱਢਾ ਜੀ ਦਰਖਤ ਦੇ ਓਹਲੇ ਹੋ ਗਏ। ਮਹਿਮਾ ਪ੍ਰਕਾਸ਼ ਦਾ ਇਹ ਲਿਖਣਾ ਹੈ ਕਿ ਜਦ ਮੁਰਦਾ ਖਾਣ ਲਈ ਕਿਹਾ ਤਾਂ ਬਾਬਾ ਬੁੱਢਾ ਜੀ ਭੱਜ ਉੱਠੇ। ਗੁਰੂ ਨਾਨਕ ਦੇਵ ਜੀ ਨੇ ਪੁੱਛਿਆ, ਪੁਰਖਾ ਤੂੰ ਕਿਉਂ ਨਹੀਂ ਜਾਂਦਾ? ਭਾਈ ਲਹਿਣਾ ਜੀ ਬੋਲੇ, ਪਾਤਸ਼ਾਹ ਹਰ ਕਿਸੇ ਦਾ ਕੋਈ ਨਾ ਕੋਈ ਟਿਕਾਣਾ ਹੋਵੇਗਾ, ਮੇਰਾ ਕੋਈ ਨਹੀਂ। ਤਾਂ ਉਸੇ ਸਮੇਂ ਗੁਰੂ ਨਾਨਕ ਦੇਵ ਜੀ ਨੇ ਗਲ ਵਕੜੀ ਵਿੱਚ ਲੈ ਲਿਆ ਅਤੇ ਕਿਹਾ, ਲਹਿਣਿਆ ਮੇਰਾ ਵੀ ਕੋਈ ਟਿਕਾਣਾ ਨਹੀਂ, ਮੇਰੀ ਵੀ ਆਪਣੀ ਜੋਤ ਨੂੰ ਟਿਕਾਣ ਦਾ ਟਿਕਾਣਾ ਪਿਆ ਲੱਭਦਾ ਸਾਂ, ਅਜੇ ਲਹਿਣੇ ਦੀ ਥਾਂ ਮਿਲੀ ਹੈ। सब संसार सोध के मैं तुझको पाया है, अगे तेरा नाव लेना था, अब तेरा नाव अंगद हुआ। तू मेरे अंग से पैदा होया है, फिर बचन कीता मुर्दा खा। गुरु अंगद देव जी ने पूछया, किस पास्यों खावां? आप जी ने कहा, सिर वल्लों खा। जद मुर्दे तो वस्त्र उतारिया तां उत्थे कड़ाह प्रसाद पिया सी। सेत से वस्त्र उतारा जब ही
ਤਿਰਹਾਂ ਵੱਲ ਪਿੱਖ ਹੀ ਤਬ ਹੀ। ਗੁਰੂ ਨਾਨਕ ਦੇਵ ਜੀ ਇਹ ਦੇਖ ਰਹੇ ਸਨ ਕਿ ਇਹ ਮੁਰਦਾ ਦੇਖ ਭਜਦਾ ਤਾਂ ਨਹੀਂ, ਕਿਉਂਕਿ ਹਿੰਦੁਸਤਾਨ ਵਿੱਚ ਇੱਕ ਐਸੇ ਮਹਾਪੁਰਸ਼ ਹੋਏ ਹਨ ਜੋ ਰੋਗੀ, ਬੁਢਾਪਾ ਅਤੇ ਅਰਥੀ ਦੇਖ ਕੇ ਹੀ ਨੱਸ ਗਏ। ਦੂਜੇ ਹਿੰਦੁਸਤਾਨ ਮੁਰਦਾ ਪਿਆ ਸੀ, ਉਸ ਵਿੱਚ ਕੜਾਹ ਪ੍ਰਸ਼ਾਦ ਵਾਲੀ ਸ਼ਕਤੀ ਭਰਨ ਦੀ ਲੋੜ ਸੀ। ਗੁਰੂ ਵਿੱਚ ਹੀ ਇਹ ਸੱਤਾ ਹੈ ਕਿ ਜੋ ਮੁਰਦਿਆਂ ਨੂੰ ਬਖਸ਼ਿਸ਼ ਨਾਲ ਉਠਾਲ ਸਕੇ। ਗੁਰੂ ਅੰਗਦ ਦੇਵ ਜੀ ਵਿੱਚ ਇਹ ਸਭ ਸਿਫਤਾਂ ਆ ਚੁੱਕੀਆਂ ਸਨ। ਉਹ ਜੂਝਣ ਲਈ ਤਿਆਰ ਕਰ ਦਿੱਤੇ ਸਨ। ਬਲਵੰਡ ਦੇ ਸ਼ਬਦਾਂ ਵਿੱਚ ਉੱਥੇ ਹੀ ਗੁਰੂ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਥੀਮਦੇ, ਸਹਿ ਟਿਕਾ ਦਿਤੋਸ ਜੀਵਦੇ। ਗੁਰੂ ਜੀ ਨੇ ਚੇਲੇ ਅੱਗੇ ਸਿਰ ਨਿਵਾ ਕੇ ਧਰਮਾਂ ਦੇ ਇਤਿਹਾਸ ਵਿੱਚ ਇੱਕ ਹੋਰ ਇਨਕਲਾਬ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਆਪੇ ਗੁਰਚੇਲਾ ਦੀ ਵਾਰਤਾ ਤਾਂ ਸਾਰੇ ਹੀ ਸੁਣਦੇ ਹਨ, ਪਰ ਇਹ ਪਰਪਾਟੀ ਗੁਰੂ ਨਾਨਕ ਦੇਵ ਜੀ ਹੀ ਪਾ ਸਕੇ ਸਨ। ਮਹਿਮਾ ਪ੍ਰਕਾਸ਼ ਅਨੁਸਾਰ ਉਸ ਸਮੇਂ ਕਿਹਾ, ਮੇਰਾ ਗੁਰੂ ਤੂੰ, ਮੈਂ ਤੇਰਾ ਗੁਰੂ, ਮੇਰੇ ਮਨ ਮੈਂ ਤੂੰ ਵਸੇ, ਮੈਂ ਸਦ ਹਿਰਦੇ ਤੋਂ ਹੀ, ਅਭੇਦ ਭਗਤ ਮੇਰੀ ਕਰੀ, ਮੈਂ ਤਨ ਤੁਮਾਰਾ ਢੋਹ, ਅਤੇ ਅਬ ਤੂੰ ਮੇਰੇ ਅੰਗ ਤੇ ਭਇਆ, ਤੁਮ ਲੈਣਾ ਮੈਂ ਦੇਣ ਦਿਆ। ਭਾਈ ਸੇਵਾ ਰਾਮ ਦੀਆਂ ਲਿਖੀਆਂ ਪਰਚੀਆਂ ਅਨੁਸਾਰ ਫਰਮਾਇਆ, ਪੁਰਖਾ ਤੁਝੇ ਮਾਨੇਗਾ ਸੋ ਮੁਝੇ ਮਾਨੇਗਾ, ਤੂੰ ਕਿਉਂ ਸੇਵੇਂਗਾ ਸੋ ਮੋਹ ਕਿਉਂ ਸੇਵੇਂਗਾ, ਤੂੰ ਮੈਂ ਤੂੰ ਤੁਮ ਹਮ ਕਿਉਂ ਭਿੰਨ ਜਾਨੇਗਾ, ਸੋ ਗੁਰੂ ਤੇ ਵਿਛੜਿਆ ਰਹੇਗਾ। ਜਨਮ ਪੱਤਰੀ ਸ਼ੰਭੂਨਾਥ ਵਾਲੀ ਵਿੱਚ ਲਿਖਿਆ ਹੈ ਕਿ 2 ਵਸਤਾਂ ਹੀ ਗੁਰੂ ਅੰਗਦ ਦੇਵ ਜੀ ਨੂੰ ਬਖਸ਼ੀਆਂ, ਆਪਣੀ ਅਜ਼ਮਤ ਅਤੇ ਸ਼ਬਦ ਦੀ ਸੂਰਤ। ਮੂਬਿਦ ਜ਼ੁਲਫਿਕਾਰ ਅਰਦਿਸਤਾਨੀ, ਜਿਸ ਨੂੰ ਮੁਹਸਿਨ ਫਾਨੀ ਕਰਕੇ ਜਾਣਿਆ ਜਾਂਦਾ ਹੈ, ਨੇ ਦਬਿਸਤਾਨ ਮਜ਼ਾਹਿਬ ਵਿੱਚ ਲਿਖਿਆ ਹੈ ਕਿ ਸਿੱਖਾਂ ਦਾ ਵਿਸ਼ਵਾਸ ਹੈ ਕਿ ਗੁਰੂ ਨਾਨਕ ਕੇਵਲ ਨੂਰ ਹੀ ਸਨ। ਉਹਨਾਂ ਜਦ ਆਪਣੇ ਸਰੀਰ ਰੂਪੀ ਚੋਲੇ ਨੂੰ ਤਿਆਗਿਆ ਤਾਂ ਆਪਣੇ ਖਾਸ ਸੇਵਕ ਗੁਰੂ ਅੰਗਦ ਦੇ ਸਰੀਰ ਵਿੱਚ ਪ੍ਰਵੇਸ਼ ਹੋ ਗਏ। ਇਸ ਲਈ ਗੁਰੂ ਅੰਗਦ ਸਾਕਾਰ ਨਾਨਕ ਹਨ। ਇਸੇ ਤਰ੍ਹਾਂ ਇਹ ਸਿਲਸਿਲਾ ਜਾਰੀ ਰਿਹਾ। ਗੁਰੂ ਅੰਗਦ ਦੇਵ ਜੀ ਜਦ ਜੋਤੀ ਜੋਤ ਸਮਾਏ ਤਾਂ ਬਾਬਾ ਨਾਨਕ ਅਮਰਦਾਸ ਦੇ ਸਰੀਰ ਵਿੱਚ ਪ੍ਰਵੇਸ਼ ਕਰ ਗਏ। ਅਮਰਦਾਸ ਦੇ ਪਿੱਛੋਂ ਆਪ ਨੇ ਰਾਮਦਾਸ ਦਾ ਰੂਪ ਧਾਰਨ ਕੀਤਾ ਅਤੇ ਫਿਰ ਅਰਜਨ ਮੱਲ ਦੀ ਕਾਇਆ ਵਿੱਚ ਚਲੇ ਗਏ। ਹਰ ਇੱਕ ਗੁਰੂ ਦਾ ਨਾਂ ਮਹਿਲ ਰੱਖਿਆ ਗਿਆ। ਮਹਿਲ ਪਹਿਲਾ ਨਾਨਕ ਸੀ ਅਤੇ ਦੂਜਾ ਅੰਗਦ। ਇਸ ਪ੍ਰਕਾਰ ਗੁਰੂ ਅਰਜਨ 5ਵੇਂ ਮਹਿਲ ਸਨ। ਸਿੱਖਾਂ ਦੇ ਵਿਚਾਰ ਹਨ ਕਿ ਜੋ ਸ਼ਖਸ ਗੁਰੂ ਅਰਜਨ ਨੂੰ ਬਾਬਾ ਨਾਨਕ ਨਹੀਂ ਮੰਨਦੇ, ਉਹ ਮਨਮੁਖ ਅਤੇ ਕਾਫਿਰ ਹਨ। ਭਾਈ ਨੰਦ ਲਾਲ ਜੀ ਨੇ ਵੀ ਗਵਾਹੀ ਦਿੱਤੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਕੇਵਲ ਇੱਕ ਸ਼ਬਦ ਹੀ ਵਰਤਿਆ ਅਤੇ ਆਪਣਾ ਜੀਵਨ ਹੀ ਸ਼ਬਦ ਵਿੱਚ ਢਾਲ ਦਿੱਤਾ। ਉਹਨਾਂ ਦਾ ਕਹਿਣਾ ਸੀ ਕਿ ਸ਼ਬਦ ਵਿੱਚ ਹੀ ਸਭ ਕੁਝ ਹੈ। ਗੁਰੂ ਨਾਨਕ ਦੇਵ ਜੀ ਨੇ ਸ਼ਬਦ ਵਿੱਚ ਹੀ ਸਭ ਕੁਝ ਰੂਪਮਾਨ ਕਰ ਦਿੱਤਾ। ਜਿੰਨਾ ਸ਼ਬਦ ਪਾ ਲਿਆ, ਗੁਰੂ ਜੀ ਉਸ ਤੋਂ ਵਾਰੀ ਜਾਂਦੇ ਹਨ। ਮੁਨਸ਼ੀ ਸੋਹਣ ਲਾਲ ਦੇ ਲਿਖੇ ਸ਼ਬਦਾਂ ਵੀ ਭਾਵਪੂਰਤ ਹਨ। ਉਹ ਲਿਖਦਾ ਹੈ ਕਿ ਪੁੱਤਰਾਂ ਦੇ ਭਾਗਾਂ ਵਿੱਚ ਹਕੀਕੀ ਰਾਜ ਅਤੇ ਆਤਮਿਕ ਖਜ਼ਾਨੇ ਦੀ ਨਿਆਮਤ ਲਿਖੀ ਨਹੀਂ ਸੀ। ਭਾਈ ਲਹਿਣਾ ਹੀ ਗੁਰੂ ਨਾਨਕ ਦੇਵ ਜੀ ਦਾ ਸੱਚਾ ਸੁੱਚਾ, ਖਰਾ ਖੁਸ਼ ਨਸੀਬ, ਸ਼ੁਭ ਇੱਛਕ, ਅਨਿੰਨ ਸੇਵਕ ਅਤੇ ਪੱਕਾ ਰਾਜਦਾਰ ਬਣਿਆ। ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਜੋਤੀ ਜੋਤ ਸਮਾਉਣ ਵੇਲੇ ਗੁਰਗੱਦੀ ਬਖਸ਼ੀ। ਬਸ ਇਸ ਤਰ੍ਹਾਂ ਸਿਰ ਤੇ ਛਤਰ ਝੁਲਾ ਕੇ ਕਰਤਾਰਪੁਰ ਡੇਰੇ ਮੁੜ ਆਏ। ਜੋਤੀ ਜੋਤ ਸਮਾਉਣਾ। ਗੁਰਗੱਦੀ ਬਖਸ਼ਣ ਤੋਂ ਪਿੱਛੋਂ ਗੁਰੂ ਨਾਨਕ ਦੇਵ ਜੀ 4 ਕੁ ਮਹੀਨੇ ਹੀ ਜੀਵਤ ਰਹੇ। ਮਿਹਰਬਾਨ ਜੀ ਦੇ ਸ਼ਬਦਾਂ ਵਿੱਚ, ਤਬ ਗੁਰੂ ਨਾਨਕ ਜੀ ਗੁਰੂ ਅੰਗਦ ਕਿਉਂ ਸ਼ਬਦ ਕੀ ਥਾਪਣਾ ਦੇकर सम्मत। 1596 असू सदी 10ਵੀਂ ਕਿਉਂ ਆਪ ਸੱਚਖੰਡ ਸਿਧਾਰੇ। ਚਲਾਣੇ ਸਮੇਂ ਅੰਮ੍ਰਿਤ ਵੇਲਾ ਸੀ। ਇਸ ਹਿਸਾਬ ਨਾਲ 5 ਸਤੰਬਰ 1539 ਬਣਦਾ ਹੈ। ਪੁਰਾਤਨ ਜਨਮ ਸਾਖੀ ਦੀ ਗਵਾਹੀ ਅਨੁਸਾਰ ਤਿਤ ਮਹਿਲ ਜੋ ਹੋਆ ਸੋ ਪੋਥੀ ਜੂ ਬਾਣ ਗੁਰੂ ਅੰਗਦ ਜੋਗ ਮਿਲੀ, ਅਤੇ ਸੱਤਾ ਬਲਵੰਡ ਅਨੁਸਾਰ ਸ਼ਬਦ ਖਜ਼ਾਨਾ ਬਖਸ਼ਿਓਨ। ਜੋਤੀ ਜੋਤ ਸਮਾਉਣ ਵੇਲੇ ਤੁਖਾਰੀ ਰਾਗ ਦਾ 12 ਉਚਾਰਿਆ। ਤੂੰ ਸੁਣ ਕਿਰਤ ਕਰਮਾ ਪੂਰਬ ਕਮਾਇਆ, ਸਿਰ ਸਿਰ ਸੁਖ ਸਹਮਾ ਦੇਹ ਸੂ ਤੂ ਭਲਾ। ਦੀ ਤੁਕ ਪੜ੍ਹ ਕੇ ਕਿੰਨਾ ਚਿਰ ਭਲਾ 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 ਹੀ ਕਰਦੇ ਰਹੇ। ਫਿਰ ਜੈ ਘਰ ਕਿਰਤ ਆਖੀਐ
ਕਰਤੇ ਕਾ ਹੋਏ ਵਿਚਾਰੋ ਦਾ ਸ਼ਬਦ ਗਾਉਣ ਦਾ ਹੁਕਮ ਦਿੱਤਾ। ਰਾਗ ਗੌੜੀ ਦੀਪਕੀ ਹੋਇਆ, ਫਿਰ ਧਨਾਸਰੀ ਹੋਇਆ, ਆਰਤੀ ਗਾਵੀ, ਤਿਤ ਮਹਿਲ ਕੀਰਤਨ ਹੋਆ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਾ ਸਲੋਕ ਪੜ੍ਹਿਆ ਅਤੇ ਆਖਰੀ ਤੁਕ ਨਾਨਕ ਤੇ ਮੁਖ ਉਜਲੇ ਕੈਤੀ ਛੁੱਟੀ ਨਾਲ ਕਹਿੰਦਿਆਂ ਹੀ ਗੁਰੂ ਬਾਬੇ ਚਾਦਰ ਉੱਪਰ ਲੈ ਮੂੰਹੋਂ ਵਾਹਿਗੁਰੂ ਕਹਿ ਮੱਥਾ ਟੇਕਿਆ। ਇਸ ਤਰ੍ਹਾਂ ਜੋਤੀ ਜੋਤ ਸਮਾ ਗਏ। ਮਹਿਮਾ ਪ੍ਰਕਾਸ਼ ਅਨੁਸਾਰ ਤਾਂ ਸੋ ਬਾਬੇ ਬਚਨ ਬਖਾਨੋ ਮੇਰੋ ਸਰੂਪ ਗੁਰੂ ਅੰਗਦ ਜਾਨੋ, ਵਹਿ ਦਰਸ਼ਨ ਮੇਰੋ ਨਿਜ ਦਰਸ਼ਨ ਸਭ ਉਨਕੀ ਸੇਵ ਕਰੋ ਮਮ ਸਰਸਨ। ਅਤੇ ਗੁਰੂ ਅੰਗਦ ਦੇਵ ਜੀ ਨੇ ਕਿਹਾ, ਹਰ ਕਾ ਪੰਥ ਗੁਰਮੁਖ ਜਗ ਕਰਨਾ, ਦੇ ਨਾਮ ਮੰਤਰ ਤੁਮ ਜਗਤ ਉਤਰਨਾ। ਆਰਚਰ ਦੇ ਕਹਿਣ ਮੁਤਾਬਕ ਕੇਵਲ ਇੱਕ ਗੁਰੂ ਨਾਨਕ ਦੇਵ ਜੀ ਹੀ ਹਨ ਜਿਨ੍ਹਾਂ ਆਪਣੀ ਹਯਾਤੀ ਵਿੱਚ ਹੀ ਜਾਨਸ਼ੀਨ ਚੁਣਿਆ ਅਤੇ ਉਸ ਜਾਮੇ ਕੰਮ ਲਾਇਆ ਕਿ ਉਹ ਉਹਨਾਂ ਪਾਵਨ ਅਸੂਲਾਂ ਨੂੰ ਸਾਂਭੇ ਅਤੇ ਪ੍ਰਚਾਰ ਕਰੇ। ਉਹਨਾਂ ਨੂੰ ਉਹ ਪ੍ਰਚਾਰਦੇ ਰਹੇ। ਇਹ ਹੁਕਮ ਦਿੱਤਾ ਵੀ ਲੱਗਦਾ ਹੈ ਕਿ ਕਰਤਾਰਪੁਰ ਨਾ ਟਿਕਣਾ, ਕਿਉਂਕਿ ਉਹ ਜਾਣਦੇ ਸਨ ਕਿ ਪਕੜ ਕੇ ਕਾਇਮ ਰੱਖੀ ਤਾਂ ਵਿਰਾਸਤ ਦੇ ਝਗੜੇ ਪੈਣਗੇ। ਇਸ ਲਈ ਭਾਈ ਗੁਰਦਾਸ ਜੀ ਨੇ ਸਪਸ਼ਟ ਲਿਖਿਆ, ਦਿੱਤਾ ਛੱਡ ਕਰਤਾਰਪੁਰ ਬੈਠ ਖੰਡੂਰੇ ਜੋਤ ਜਗਾਈ। ਅਤੇ ਫਿਰ ਉਸੇ ਤਰ੍ਹਾਂ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਦੇ ਕੇ ਖਡੂਰ ਛੱਡਣ ਦਾ ਹੁਕਮ ਦਿੱਤਾ ਲੱਗਦਾ ਹੈ, ਜਿਸ ਨੂੰ ਭਾਈ ਜੀ ਅਚਰਜ ਖੇਲ ਕਹਿੰਦੇ ਹਨ। ਫੇਰ ਵਸਾਇਆ ਗੋਬਿੰਦਵਾਲ ਅਸਚਰਜ ਖੇਲ ਨਾ ਲਿਖਿਆ ਜਾਏ। ਗੁਰੂ ਨਾਨਕ ਦੇਵ ਜੀ ਦੇ ਮ੍ਰਿਤਕ ਸਰੀਰ ਤੇ ਕਾਫੀ ਝਗੜਾ ਪੈ ਗਿਆ, ਪਰ ਸਮੇਂ ਸਿਰ ਨਜਿੱਠ ਲਿਆ ਗਿਆ। ਆਪ ਜੀ ਦਾ ਰਾਵੀ ਕਿਨਾਰੇ ਹੀ ਸੰਸਕਾਰ ਕੀਤਾ ਗਿਆ। ਜਦ ਪਿੱਛੋਂ ਚਿਖਾ ਫਰੋਲੀ ਤਾਂ ਕੋਈ ਸਰੀਰ ਦਾ ਆਕਾਰ ਨਜ਼ਰ ਨਾ ਆਇਆ। ਮੁਸਲਮਾਨਾਂ ਇੱਕ ਪਾਸੇ ਮਕਬਰਾ ਬਣਾ ਦਿੱਤਾ ਅਤੇ ਦੂਜੇ ਪਾਸੇ ਸਮਾਧ। ਦੀਵਾਰ ਦੋਹਾਂ ਦੀ ਸਾਂਝੀ ਰਹੀ। ਰਾਬਰਟ ਐਨ ਕਸਟ ਦਾ ਲਿਖਣਾ ਹੈ ਕਿ ਸੰਸਾਰ ਵਿੱਚ ਕਿਧਰੇ ਇਹ ਨਹੀਂ ਦੇਖਿਆ ਜਾ ਸਕਦਾ ਕਿ ਇੱਕੋ ਪੁਰਸ਼ ਦਾ ਮਕਬਰਾ ਅਤੇ ਸਮਾਧ ਬਣਾਈ ਗਈ ਹੋਵੇ ਅਤੇ ਇਹ ਦੀਵਾਰ ਸਾਂਝੀ ਹੋਵੇ। ਗੁਰੂ ਜੀ ਨੂੰ ਸ਼ਾਇਦ ਇਹ ਨਹੀਂ ਸੀ ਭਾਵਦਾ ਕਿ ਉਹਨਾਂ ਦੀ ਸਮਾਧ ਜਾਂ ਮਕਬਰਾ ਰਵੇ। ਇਸ ਲਈ ਰਾਵੀ ਵਿੱਚ ਹੜ੍ਹ ਆਇਆ ਅਤੇ ਦੋਵਾਂ ਨੂੰ ਰੋੜ ਕੇ ਲੈ ਗਈ। ਕਈ ਯਤਨ ਹੋਏ ਕਿ ਸਮਾਧ ਜਾਂ ਨਿਸ਼ਾਨੀ ਬਣ ਜਾਏ, ਪਰ ਰਾਵੀ ਨੇ ਪੇਸ਼ ਨਾ ਜਾਣ ਦਿੱਤੀ। ਰਾਵੀ ਗੁਰੂ ਜੀ ਦਾ ਸੰਦੇਸ਼ 18 ਵਰ੍ਹੇ ਸੁਣਦੀ ਰਹੀ। ਉਹ ਝੂਠੀਆਂ ਨਿਸ਼ਾਨੀਆਂ ਕਿਵੇਂ ਕਾਇਮ ਰਹਿਣ ਦਿੰਦੀ। ਗੁਰੂ ਨਾਨਕ ਦੇਵ ਜੀ ਸ਼ਬਦ ਦੇਣ ਆਏ ਸਨ ਅਤੇ ਸ਼ਬਦ ਉਜਾਗਰ ਕਰਕੇ ਸ਼ਬਦ ਦੇ ਦਾਤੇ ਕੋਲ ਚਲੇ ਗਏ। ਸ਼ਾਇਦ ਇਸ ਲਈ ਮਰਾਠੀ ਵਿਦਵਾਨ ਮਹੀਪਤ ਨੇ ਭਗਤ ਲੀਲਾਮ੍ਰਿਤ ਵਿੱਚ ਲਿਖਿਆ ਹੈ ਕਿ ਗੁਰੂ ਨਾਨਕ ਨੂਰ ਸੀ ਅਤੇ ਉਸ ਵਿੱਚ ਕੋਈ ਪਛਤਾਵਾ ਨਹੀਂ ਸੀ। ਗੁਰੂ ਅਰਜਨ ਜੀ ਨੇ ਇਸੇ ਲਈ ਉਹਨਾਂ ਨੂੰ ਚਿਰਾਗ ਕਿਹਾ, ਕਿਉਂਕਿ ਸੂਰਜ ਦੀ ਰੌਸ਼ਨੀ ਤਾਂ ਜ਼ਰੂਰ ਤਿੱਖੀ ਹੈ, ਪਰ ਹੋਰ ਸੂਰਜ ਨਹੀਂ ਬਣਾ ਸਕਦੀ। ਫੇਰ ਜੇ ਮੇਰਾ ਚਿੱਤ ਨਾ ਹੋਵੇ ਤਾਂ ਸੂਰਜ ਚੜ੍ਹਿਆ ਵੀ ਦਰਵਾਜ਼ੇ ਬੰਦ ਕਰਕੇ ਹਨੇਰੇ ਵਿੱਚ ਰਹਿ ਸਕਦਾ ਹੈ, ਪਰ ਚਿਰਾਗ ਤਾਂ ਹਨੇਰੀ ਤੋਂ ਹਨੇਰੀ ਨੁੱਕਰ ਨੂੰ ਵੀ ਰੁਸ਼ਨਾਏਗਾ ਅਤੇ ਚਿਰਾਗ ਤੋਂ ਚਿਰਾਗ ਬਲ ਸਕਦਾ ਹੈ ਅਤੇ ਬਲਿਆ ਵੀ। ਗੁਰੂ ਨਾਨਕ ਦੇਵ ਜੀ ਸਰੀਰਿਕ ਜਾਮੇ ਵਿੱਚ ਕੁੱਲ 70 ਸਾਲ 5 ਮਹੀਨੇ 17 ਦਿਨ ਰਹੇ। ਨਾਨਕ ਜੀ ਜਹਾਨ ਰਫਤ ਗੁਲ ਅਜ ਬਾਗ ਬਿਰੁਸ਼ੁਦ, ਭਾਵ ਗੁਰੂ ਨਾਨਕ ਦੇਵ ਜੀ ਨੇ ਜਹਾਨ ਤੋਂ ਕੂਚ ਕੀਤਾ ਕਿ ਮਾਨੋ ਬਾਗ ਵਿੱਚੋਂ ਖਿੜਿਆ ਫੁੱਲ ਡਿੱਗ ਪਿਆ। ਅੱਜ ਅਸੀਂ ਬਲਿਓ ਚਿਰਾਗ ਕਿਤਾਬ ਦੇ 225 ਪੰਨੇ ਪੜ੍ਹ ਚੁੱਕੇ ਹਾਂ। ਅਖੀਰਲਾ ਭਾਗ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।